ਵਾਹਿਗੁਰੂ ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣਾ ਵਗਣ ਨਾ ਵਿਚਾਰੋ ਕੋਈ, ਮਟੀ ਕਾ ਕਿਆ ਤੋਪੈ ਸੁਆਮੀ। ਮਾਨਸ ਕੀ ਗਤ ਹੀ ਕੋਟ ਪਰਾਧ ਹਮਾਰੇ ਖੰਡੋ। ਅਨਕ ਵਿਧि ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਵਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸਜਨ ਸੋਹਿਲੇ। ਰਾਖੋ ਰਾਖਣਹਾਰ ਦਇਆਲਾ। ਨਾਨਕ ਕਰ ਕੇ ਗੋਲੇ। ਹਰ ਕੇ ਜਨ ਸਤਿਗੁਰ ਸਤਿਪੁਰਖਾ। ਹਰ ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ। ਕਰ ਦਇਆ ਨਾਮ ਪਰਗਾਸ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਨਦਰ ਕਿਰਪਾ ਕਰਕੇ ਇਸ ਸੰਸਾਰਕ ਪਦਾਰਥਵਾਦੀ ਮਾਹੌਲ ਵਿੱਚੋਂ ਸਤ ਸੰਗਤ ਵਿੱਚ ਜੁੜ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਤਨ ਦੀ ਤੰਦਰੁਸਤੀ ਔਰ ਮਨ ਦਾ ਸੋਹਣਾ ਉਦਮ ਬਖਸ਼ਿਸ਼ ਕਰਕੇ ਸਤਿਗੁਰ ਜੀ ਨੇ ਆਪਣੇ ਪਾਵਨ ਚਰਨਾਂ ਕਮਲਾਂ ਵਿੱਚ ਸਦ ਬਹਾਇਆ ਹੈ। ਲੜੀਵਾਰ ਚੱਲ ਰਹੀ ਪਾਵਨ ਗੁਰਸ਼ਬਦ ਵਿਚਾਰ ਦੇ ਤਹਿਤ ਬਹੁਤ ਹੀ ਪਿਆਰ ਦੇ ਨਾਲ ਅਤੀ ਸਨਮਾਨਯੋਗ ਸਿੰਘ ਸਾਹਿਬ ਜੀ ਗਿਆਨੀ ਰਣਜੀਤ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਤਿਨਾਂ ਦੀ ਮੁਬਾਰਕ ਰਸਨਾ ਤੋਂ
ਪਾਵਨ ਸ਼ਬਦ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਇਹ ਪਵਿੱਤਰ ਸ਼ਬਦ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਭੱਟ ਸਾਹਿਬਾਨਾਂ ਦੁਆਰਾ ਉਚਾਰਨ ਕੀਤਾ ਹੋਇਆ ਸਵਈਆ ਹੈ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਵਿੱਚ ਆਪੋ ਆਪਣੀ ਸੁਰਤ ਜੋੜੀਏ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ। ਪਾਤਸ਼ਾਹ ਜਿੱਥੇ ਸਰੀਰ ਕਰਕੇ ਆਪਣੇ ਚਰਨਾਂ ਕਮਲਾਂ ਵਿੱਚ ਸੱਦ ਬਹਾਇਆ ਹੈ, ਉੱਥੇ ਸੁਰਤੀ ਕਰਕੇ ਵੀ ਆਪਣੇ ਚਰਨਾਂ ਕਮਲਾਂ ਵਿੱਚ ਜੋੜੋ, ਕਿਉਂਕਿ ਸਰੀਰ ਕਰਕੇ ਆਉਣਾ ਕਿਸੇ ਹੱਦ ਤੱਕ ਕਈ ਵਾਰ ਬੰਦੇ ਦੇ ਵੱਸ ਵਿੱਚ ਹੈ, ਪਰ ਸੁਰਤੀ ਕਰਕੇ ਜੁੜਨਾ ਉਹ ਬਹੁਤ ਕਠਿਨ ਮਾਰਗ ਹੈ। ਉਹਦੇ ਵਾਸਤੇ ਗੁਰੂ ਚਰਨਾਂ ਵਿੱਚ ਆਪਾਂ ਨਿਮਰਤਾ ਸਹਿਤ ਅਰਦਾਸ ਕਰੀਏ। ਇੱਕ ਵਾਰ ਲਵਾਓ ਹਾਜ਼ਰੀ ਔਰ ਅਸੀਸ ਬਖਸ਼ੋ। ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਕਾਰ ਕਰਕੇ ਜਾਣੀਆਂ ਜਾਂਦੀਆਂ ਨੇ। ਆਪਾਂ ਕਈ ਦੋ ਇਮਾਰਤ ਬਹੁਤ ਵੱਡੀ ਹੈ, ਦੇਖਣ ਵਾਲੀ ਹੈ। ਉਹ ਪਹਾੜੀ ਬਹੁਤ ਉੱਚੀ ਹੈ, ਵੇਖਣ ਵਾਲੀ ਹੈ। ਔਰ ਇਸ ਤਰ੍ਹਾਂ ਲਿਖਿਆ ਵੀ ਜਾਂਦਾ ਹੈ ਕਿ ਦੁਨੀਆ ਵਿੱਚ ਸਭ ਤੋਂ ਉੱਚਾ ਪਰਵਤ ਕਿਹੜਾ ਹੈ, ਦੁਨੀਆ ਵਿੱਚ ਸਭ ਤੋਂ ਉੱਚੀ ਬਿਲਡਿੰਗ ਕਿਹੜੀ ਹੈ, ਦੁਨੀਆ ਵਿੱਚ ਸਭ ਤੋਂ ਵੱਡਾ ਦੇਸ਼ ਕਿਹੜਾ ਹੈ, ਦੁਨੀਆ ਵਿੱਚ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ। ਪਰ ਜਦੋਂ ਤੁਸੀਂ ਅਧਿਆਤਮਿਕ ਤੌਰ ਤੇ ਧਰਮ ਦੇ ਮਾਰਗ ਤੇ ਤੁਰੋਗੇ, ਉੱਥੇ ਸਾਧ ਸੰਗਤ ਆਕਾਰ ਦਾ ਕੋਈ ਸੰਬੰਧ ਨਹੀਂ ਹੈ। ਜਦੋਂ ਗਿਆਨ ਦੇ ਮਾਰਗ ਤੇ ਤੁਰਾਂਗੇ, ਉੱਥੇ ਆਕਾਰ ਨਾਲ ਕੋਈ ਉਹਦਾ ਸੰਬੰਧ ਨਹੀਂ। ਕਦੇ ਐਗਜ਼ਾਮੀਨੇਸ਼ਨ ਹਾਲ ਵਿੱਚ ਬੱਚੇ ਬੈਠ ਕੇ ਪੇਪਰ ਦਿੰਦੇ ਨੇ, ਉਹਨਾਂ ਨੂੰ ਸਵਾਲ ਇਹ ਨਹੀਂ ਪੁੱਛਿਆ ਜਾਂਦਾ ਵੀ ਤੁਸੀਂ ਕਿੰਨੇ ਪੰਨਿਆਂ ਦੀ ਕਿਤਾਬ ਪੜ੍ਹੀ ਹੈ। ਜਿਸ ਕਿਤਾਬ ਵਿੱਚੋਂ ਪੇਪਰ ਹੋਣਾ ਹੈ, ਇਹ ਸਵਾਲ ਸਟੂਡੈਂਟ ਨੂੰ ਨਹੀਂ ਕੀਤਾ ਜਾਂਦਾ ਕਿ ਉਹ ਕਿੰਨੇ ਪੰਨਿਆਂ ਦੀ ਕਿਤਾਬ ਹੈ। ਉਹ 200 ਪੰਨੇ ਦੀ ਵੀ ਹੋ ਸਕਦੀ ਹੈ, 50 ਪੰਨਿਆਂ ਦੀ ਵੀ। ਪੇਪਰ ਪੰਨਿਆਂ ਦੀ ਗਿਣਤੀ ਵਿੱਚੋਂ ਨਹੀਂ, ਪੇਪਰ ਉਸ ਕਿਤਾਬ ਦੇ ਵਿੱਚੋਂ ਆਉਣਾ ਹੈ। ਉਹਦੇ ਵਿੱਚ ਕੀ ਲਿਖਿਆ ਹੈ, ਇਹ ਪੁੱਛਿਆ ਜਾਣਾ ਹੈ। ਕਿਤਾਬ ਕਿੰਨੀ ਵੱਡੀ ਹੈ, ਇਹਦੇ ਨਾਲ ਕੋਈ ਸੰਬੰਧ ਨਹੀਂ। ਜਦੋਂ ਐਗਜ਼ਾਮ ਹੋਣਾ ਤਾਂ ਇਹ ਪੁੱਛਿਆ ਜਾਣਾ ਕਿ ਉਸ ਦੇ ਵਿੱਚ ਕੀ ਹੈ। ਸੰਸਾਰੀ ਤੌਰ ਤੇ ਲੋਕ ਆਕਾਰ ਨਾਲ ਜੁੜਦੇ ਨੇ, ਪਰ ਜਦੋਂ ਤੁਸੀਂ ਨਿਰੰਕਾਰ ਦੇ ਮਾਰਗ ਤੇ ਤੁਰੋਗੇ, ਉੱਥੇ ਸਾਹਿਬ ਨੇ ਕਿਹਾ ਆਕਾਰ ਦਾ ਕੋਈ ਮਤਲਬ ਨਹੀਂ ਹੈ। ਸਿੱਖੀ ਵਾਰੀ ਫਿਲਾ ਆਕਾਰ ਤੋਂ ਅੱਗੇ ਦੀ ਗੱਲ ਕਰੇਗੀ। ਜਦੋਂ ਪਾਤਸ਼ਾਹ ਨੇ ਗੁਰਸਿੱਖ ਨੂੰ ਗੁਰਮਤਿ ਪੜ੍ਹਨ ਦੀ ਗੱਲ ਕਹੀ, ਉਦੋਂ ਸਾਹਿਬ ਨੇ ਕਿਹਾ ਪੜ੍ਹਨ ਤੋਂ ਜਾਣਨ ਤੋਂ ਅੱਗੇ ਇੱਕ ਚੀਜ਼ ਹੈ, ਬੁੱਝਣਾ। ਉਹਦੇ ਵਿੱਚ ਕੀ ਹੈ? ਜੇ ਉਸ ਦੇ ਵਿਚਲੀ ਚੀਜ਼ ਨੂੰ ਬੁੱਝ ਲਿਆ, ਤੁਸੀਂ ਸਚਿਆਰ ਸਿੱਖ ਹੋ ਜਾਓਗੇ। ਹਰ ਰੋਜ਼ ਦੇ ਤੁਸੀਂ ਕਥਾ ਸੁਣਨ ਵਾਲੇ ਬੈਠੇ ਹੋ, ਜਪਜੀ ਸਾਹਿਬ ਪੜ੍ਹ ਕੇ ਆਏ ਹੋ, ਪਹਿਲਾ ਸਵਾਲ ਆਉਂਦਾ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਉਸ ਤੋਂ ਬਾਅਦ ਤੀਰਥ ਨਾਵਾਂ ਵਾਲੀ ਪੌੜੀ, ਫਿਰ ਹੰਕਾਰ ਤੋੜਨ ਲਈ ਜੇ ਜੁਗ ਚਾਰੇ ਆਰਜਾ ਵਾਲੀ ਪੌੜੀ। ਭਾਈ ਤੇਰੀ ਉਮਰ 40 ਯੁੱਗ ਹੋ ਜਾਏ, ਫਿਰ ਕੀ ਕਰ ਲਏਗਾ? ਹਰ ਬੰਦੇ ਦੀ ਇੱਛਾ ਹੈ ਮੇਰਾ ਨਾਮ ਸ਼ਹਿਰ ਵਿੱਚ ਹੋਣਾ ਚਾਹੀਦਾ ਹੈ, ਸਟੇਟ ਵਿੱਚ ਹੋਣਾ ਚਾਹੀਦਾ ਹੈ, ਦੇਸ਼ ਵਿੱਚ ਹੋਣਾ ਚਾਹੀਦਾ ਹੈ। ਹਜ਼ੂਰ ਨੇ ਕਿਹਾ ਪੂਰੀ ਦੁਨੀਆ ਵਿੱਚ ਹੋ ਜਾਏ, ਇੱਥੇ ਹੀ ਬਸ ਨਹੀਂ। ਜਿਹੜੀ ਦੁਨੀਆ ਤੂੰ ਵੇਖੀ ਵੀ ਨਹੀਂ, 9 ਖੰਡਾਂ ਵਿੱਚ ਲੋਕ ਤੈਨੂੰ ਜਾਣਨ ਲੱਗ ਜਾਣ ਔਰ ਵਾਈ ਨੇਮ ਜਾਣਨ ਲੱਗ ਜਾਣ ਕਿ ਫਲਾਨਾ ਬੰਦਾ ਹੈ ਕੋਈ, ਤਾਂ ਫਿਰ ਕੀ ਹੋ ਜਾਏਗਾ? 9 ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਯਸ ਕੀਰਤ ਜਗ ਲੇ। ਕੱਲਾ ਜਾਣਨ ਨਾ ਤੇਰੀ ਕੀਰਤੀ ਵੀ ਹੋਵੇ, ਪਰ ਯਾਦ ਰੱਖੀ ਜੇ ਤਿਸ ਨਦਰ ਨਾ ਆਵੇ
ਤਾਂ ਬਾਤ ਨਾ ਪੁੱਛੇ ਕਿ ਰੱਬ ਦੀ ਦਰਗਾਹ 'ਚ ਤੇਰੀ ਬਾਤ ਵੀ ਨਹੀਂ ਕਿਸੇ ਪੁੱਛਣੀ, ਤੂੰ ਕੌਣ ਹੈ, ਕਿਹੜੀ ਧਰਤੀ ਤੋਂ ਆਇਆ, ਸਗੋਂ ਤੇਰੇ ਅਹੰਕਾਰ ਵਿੱਚ ਕੀਤੇ ਕਰਮਾਂ ਲਈ ਸਜ਼ਾ ਦਿੱਤੀ ਜਾਏਗੀ। ਕੀਟਾ ਅੰਦਰ ਕੀਟ ਕਰ। ਦੋਸ਼ੀ ਦੋਸ਼ ਧਰੇ, ਤੇਰੇ ਸਿਰ ਤੇ ਦੋਸ਼ ਧਰੇ ਜਾਣਗੇ ਜੋ ਤੂੰ ਉਸ ਕਰਮ ਨੇ ਕੀਤਾ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਪਾਪਾਂ ਤੋਂ ਬਗੈਰ ਹੋ ਹੀ ਨਹੀਂ ਸਕਦੀਆਂ। ਹਜ਼ੂਰ ਨੇ ਕਿਹਾ ਜਦੋਂ ਬਹੁਤਾਤ ਵਿੱਚ ਤੂੰ ਮਾਇਆ ਇਕੱਠੀ ਕਰਨ ਦੀ ਇੱਛਾ ਰੱਖੇਗਾ, ਫਿਰ ਇਹ ਲਿਖ ਕੇ ਵੀ ਦਿੱਤਾ ਹੈ, ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ। ਕੁਝ ਚੀਜ਼ਾਂ ਪਾਪ ਤੋਂ ਬਗੈਰ ਤੁਸੀਂ ਇਕੱਠੀਆਂ ਨਹੀਂ ਕਰ ਸਕਦੇ। ਕਿਸੇ ਅਹੁਦੇ ਤੇ ਇਸ ਤਰ੍ਹਾਂ ਵੀ ਹੈ, ਸੰਸਾਰ ਵਿੱਚ ਉਸ ਮੰਜ਼ਿਲ ਵੱਲ ਵਧਣ ਲਈ ਲੋਕਾਂ ਨੂੰ ਦੂਜਿਆਂ ਨੂੰ ਸੁੱਟਣਾ ਪੈਂਦਾ ਹੈ, ਦੂਜਿਆਂ ਨੂੰ ਫਿੱਡੀ ਲਾਉਣੀ ਪੈਂਦੀ ਹੈ, ਬਹੁਤ ਕੁਝ ਈਰਖਾ, ਦਵੇਸ਼, ਨਿੰਦਿਆ, ਚੁਗਲੀ ਪਛਾੜਨਾ ਪੈਂਦਾ ਹੈ, ਫਿਰ ਉਸ ਮੁਕਾਮ ਤੇ ਪਹੁੰਚਦੇ ਨੇ। ਤਾਂ ਉੱਥੇ ਪਹੁੰਚਣ ਲਈ ਬੜਾ ਪਾਪ ਕਰਨਾ ਪੈਂਦਾ ਹੈ। ਖੈਰ ਉਸ ਤੋਂ ਬਾਅਦ ਹਜ਼ੂਰ ਨੇ ਸਚਿਆਰ ਦੀ ਗੱਲ ਕਰਦਿਆਂ ਕਿਹਾ, ਸੁਣਿਆ ਕਰ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਸੁਣਨ ਨਾਲ ਕੱਲੀ ਗੱਲ ਨਹੀਂ ਬਣੇਗੀ। ਸ਼ਾਇਦ ਇਹ ਬੇਨਤੀ ਮੈਂ ਪਿਛਲੀ ਵਾਰ ਵੀ ਕੀਤੀ, ਸੁਣਨ ਤੋਂ ਬਾਅਦ ਹੋ ਸਕਦਾ ਬੰਦਾ ਮੰਨ ਜਾਏ, ਤੇ ਮੰਨਣ ਤੋਂ ਬਾਅਦ ਵੀ ਖਤਰਾ ਹੈ ਉਹ ਫਿਰ ਉਹ ਕਰਮ ਕਰਨ ਲੱਗ ਜਾਏ। ਕਿਸੇ ਸ਼ਰਾਬੀ ਨੂੰ ਲੈਕਚਰ ਦੇ ਦਿਓ ਸ਼ਰਾਬ ਤੇ, ਉਹ ਸੁਣ ਕੇ ਮੰਨ ਜਾਂਦਾ ਕਿ ਇਹਦੇ ਨਾਲ ਫਿਜ਼ੀਕਲੀ ਸਥਿਤੀ ਖਰਾਬ ਹੋ ਸਕਦੀ ਹੈ, ਇਸ ਸ਼ਰਾਬ ਦਾ ਅਸਰ ਕਿਡਨੀਆਂ ਤੇ ਪੈ ਸਕਦਾ ਹੈ, ਪੈਸੇ ਦਾ ਘਾਟਾ, ਇੱਜ਼ਤ ਦਾ ਘਾਟਾ, ਸਭ ਕੁਝ ਘਟਦਾ ਹੈ। ਉਹ ਸੁਣਨ ਤੋਂ ਬਾਅਦ ਮੰਨ ਜਾਂਦਾ ਹੈ, ਪਰ ਥੋੜੇ ਦਿਨਾਂ ਬਾਅਦ ਫਿਰ ਪੀ ਲੈਂਦਾ ਹੈ। ਇਹਦਾ ਮਤਲਬ ਸਿਰਫ ਸੁਣ ਕੇ ਮੰਨਿਆ ਹੈ, ਉਹਦੇ ਵਿੱਚ ਕੀ ਹੈ ਉਹਨੂੰ ਚੰਗੀ ਤਰ੍ਹਾਂ ਬੁੱਝ ਨਹੀਂ ਸਕਿਆ। ਹਜ਼ੂਰ ਨੇ ਕਿਹਾ ਸੁਣਨ ਦੀਆਂ 4 ਪੌੜੀਆਂ ਕਹਿਣ ਤੋਂ ਬਾਅਦ ਕਿਹਾ ਮੰਨੇ ਕੀ ਗੱਤ ਕਹੀ ਨਾ ਜਾਏ। ਮੰਨਣਾ ਬਹੁਤ ਵੱਡੀ ਗੱਲ ਹੈ, ਛੋਟੀ ਗੱਲ ਨਹੀਂ ਹੈ। ਪਰ ਸਿੱਖੀ ਉਸ ਤੋਂ ਵੀ ਅੱਗੇ ਦੀ ਗੱਲ ਕਰੇਗੀ। ਸਿੱਖੀ ਵਿੱਚ ਉਸ ਤੋਂ ਅੱਗੇ ਵੀ ਇੱਕ ਸਬਜੈਕਟ ਹੈ, ਉਹਨੂੰ ਸਾਹਿਬ ਨੇ ਕਿਹਾ, ਜੇ ਕੋ ਬੁੱਝੈ ਹੋਵੇ ਸਚਿਆਰ। ਪੜੋ, ਜੇ ਕੋ ਬੁੱਝੈ ਹੋਵੇ ਸਚਿਆਰ। ਜਦੋਂ ਕੋਈ ਬੁੱਝ ਲੈਂਦਾ ਫਿਰ ਉਹਨੂੰ ਬਹੁਤੀ ਵਿਆਖਿਆ ਦੀ ਜ਼ਰੂਰਤ ਨਹੀਂ ਪੈਂਦੀ, ਫਿਰ ਉਹਨੂੰ ਬਹੁਤ ਜ਼ਿਆਦਾ ਪੜ੍ਹਨ ਦੀ ਜ਼ਰੂਰਤ ਨਹੀਂ ਪੈਂਦੀ, ਫਿਰ ਉਹਨੂੰ ਬਹੁਤ ਜ਼ਿਆਦਾ ਜਾਣਨ ਦੀ ਲੋੜ ਨਹੀਂ ਪਏਗੀ, ਕਿਉਂਕਿ ਉਹਨੇ ਬੁੱਝ ਲਿਆ। ਜੇ ਕੋ ਬੁੱਝੈ ਹੋਵੇ ਸਚਿਆਰ, ਧਵਲੇ ਉੱਪਰ ਕੀਤਾ ਭਾਰ। ਕਹਿਣ ਤੋਂ ਭਾਵ ਆਕਾਰ ਦਾ ਕੋਈ ਪੇਪਰ ਨਹੀਂ ਹੈ, ਇੱਕੋ ਹੀ ਪੁੱਛਿਆ ਜਾਂਦਾ ਹੈ ਉਹਦੇ ਵਿੱਚ ਕੀ ਹੈ। ਇੱਕੋ ਐਗਜ਼ਾਮਪਲ ਤੁਹਾਡੇ ਪਕੜ ਵਿੱਚ ਆਏਗੀ। ਅਸੀਂ ਸਾਰੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਨੇ। ਬਿਲਕੁਲ ਮੰਨਣਾ ਚਾਹੀਦਾ ਹੈ, ਅਕੀਦੇ ਨਾਲ ਮੰਨਣਾ ਚਾਹੀਦਾ ਹੈ, ਵਿਸ਼ਵਾਸ ਨਾਲ, ਭਰੋਸੇ ਨਾਲ, ਸ਼ਰਧਾ ਨਾਲ। ਇੱਕ ਬੜੀ ਕੀਮਤੀ ਗੱਲ ਪਿਛਲੇ ਦਿਨਾਂ ਵਿੱਚ ਸਿੰਘ ਸਾਹਿਬ ਮੰਜੀ ਸਾਹਿਬ ਤੋਂ ਕਹਿ ਕੇ ਆਏ ਨੇ, ਜੇ ਪੰਥ ਉਹਦੇ ਉੱਤੇ ਵਿਚਾਰ ਕਰ ਲੈ, ਉਹਦੇ ਉੱਤੇ ਗੰਭੀਰ ਵਿਚਾਰ ਹੋਣੀ ਚਾਹੀਦੀ ਹੈ। ਹੋ ਸਕਦਾ ਹੈ ਜੇ ਸਹੀ ਹੋਵੇ ਤਾਂ ਉਹਦੇ ਗੰਭੀਰ ਸਿੱਟੇ ਵੀ ਨਿਕਲ ਸਕਦੇ ਨੇ ਪੰਥ ਵਾਸਤੇ। ਖੈਰ, ਕੋਈ ਬੰਦਾ ਕਵੇ ਮੇਰਾ ਪਰਸ ਗਵਾਚ ਗਿਆ ਤੇ ਸਟੇਜ ਉੱਤੋਂ ਅਨਾਉਂਸ ਕੀਤੀ ਜਾਏ ਵੇ ਆਹ ਕਿਸੇ ਦਾ ਪਰਸ ਲੱਭਿਆ। ਇੱਕ ਦਿਨ ਇਹ ਕਥਾ ਮੈਂ ਲਾਈਵ ਤੋਂ ਵੀ ਕਹੀ। ਸਾਧ ਸੰਗਤ, ਉਹ ਪਰਸ ਗਵਾਚ ਗਿਆ, ਸਟੇਜ ਤੋਂ ਅਨਾਉਂਸ ਕਰ ਦਿੱਤਾ ਗਿਆ ਵੇ ਆਹ ਕਿਸੇ ਦਾ ਪਰਸ ਲੱਭਿਆ। ਜਿਸ ਦਾ ਵੀ ਹੋਵੇ ਉਹ ਸਟੇਜ ਉੱਤੇ ਸੰਪਰਕ ਕਰੇ। ਲੈਣ ਵਾਲੇ ਕਈ ਆ ਜਾਣਗੇ, ਲੈਣ ਵਾਲੇ ਕਈ ਪਹੁੰਚ ਸਕਦੇ ਨੇ। ਜਦੋਂ ਹੁਣ ਸਟੇਜ ਉੱਤੇ ਲੈਣ ਵਾਲੇ ਕਈ ਆਉਣਗੇ ਵੀ ਪਰਸ ਮੇਰਾ ਹੈ, ਪਰਸ ਮੇਰਾ ਹੈ, ਤਾਂ ਜਿਹੜਾ ਸਟੇਜ ਵਾਲਾ ਹੈ ਉਹ ਅਧਿਕਾਰੀ ਬੰਦਾ ਕੀ ਕਹਿੰਦਾ, ਭਾਈ ਨਿਸ਼ਾਨੀ ਦੱਸੋ ਇਹਦੇ ਵਿੱਚ ਕੀ ਹੈ, ਪਰਸ ਦੇ ਵਿੱਚ ਕੀ ਹੈ। ਇਹਦੇ ਵਿੱਚ ਕੋਈ ਤੇਰਾ ਆਧਾਰ ਕਾਰਡ, ਕੋਈ ਪੈਨ ਕਾਰਡ, ਕੋਈ ਆਈਡੀ ਕਾਰਡ ਕੀ ਹੈ, ਔਰ ਗੈਸ ਦੱਸਵੇ ਦੇ ਵਿੱਚ ਕਿੰਨੇ ਕੁ ਪੈਸੇ ਨੇ। ਜੇ ਤੂੰ ਐਗਜ਼ੈਕਟ ਨਹੀਂ ਤਾਂ ਉਹਦੇ ਇਰਦ ਗਿਰਦ ਤੇ ਦੱਸ ਸਕਦਾ ਨਾ ਵੀ ਇੰਨੇ ਕੁ ਪੈਸੇ ਨੇ ਵਿੱਚ, ਫਿਰ ਤੇ ਉਹ ਬੰਦਾ ਪਰਸ ਲੈਣ ਦਾ ਅਧਿਕਾਰੀ ਹੈ। ਜੇ ਕੋਈ ਕਵੇ ਪਰਸ ਮੇਰਾ ਵਿੱਚ ਕੀ ਹੈ, ਇਹ ਨਹੀਂ ਮੈਨੂੰ ਪਤਾ। ਪਰਸ ਮੇਰਾ
पर इहदे विच की है ये मैनू पता नहीं। वो बंदा परस लैण दा अधिकारी नहीं, वो बटुआ लैण दा अधिकारी नहीं। ते साध संगत कोई बंदा कवे गुरु ग्रंथ साहिब साडा, थोड़ी छड्ड दे आवाज तक, कोई कवे गुरु ग्रंथ साहिब साडा, गुरु ग्रंथ साहिब साडा, विच की है पता ही नहीं। आपां अधिकारी हां सिख खवाउण दे। गुरु ग्रंथ साहिब साडे ने, पर सिखो तुहानू जानना पेगा हर रोज कथा विचार ये उपदेश का मतलब ही यह है सिख जानन लग जाए, बुझण लग जाए गुरु ग्रंथ साहिब जी दे विच की है। जे को बुझे होवे सचियार तवले उपर किता पार। श्रीमान भाई गुरदास साहब जी का एक कवित तुहानू याद है, सिर्फ मैं इशारा मात्र उहदा ध्यान दो होना है। वो कहते ने आकार नाल कोई मतलब नहीं, आकार छोटा भी होवे वैल्यू वड्डी हो सकती है, आकार छोटा भी होवे कीमत वड्डी हो सकती है। विचों तू थोड़ा भी बुझ ले तो तू वो क्लास पास कर सकता है, क्योंकि सारी किताब विचों 94 सवाल आउंदे ने, उहदे विचों जरूरी ने कि पूरी किताब दे पन्ने लिखे जांदे ने, उहदे विचों बुझ के लिखना पैंदा है। भाई गुरदास साहब ने लिखिया, कहण लगे हीरे दा आकार ते बिल्कुल छोटा है, उहनूं तां तुसीं जेब विच भी पा सकदे हो, परस विच भी लुको सकदे हो, पर जदों दा मुੱਲ पैंदा ना करोड़ां रुपया पै जांदा, उहदे पैसे फिर जेब विच नहीं पैंदे, ਉਹਦੇ पैसे फिर मुੱਲ ਜਿਹੜਾ परस विच नहीं जे पैंदा, ਉਹ फिर बोरियां थैलियां च पाउणा पैंदा, किसी बैग विच पाउणा पैंदा। क्यों? आकार ते छोटा है, वैल्यू बहुत वड्डी है, कीमत बहुत वड्डी है। जैसे हीरा हाथ में तनक सो दिखाई देत, मोल किए दमकन भरत भंडार जी। जदों मुੱਲ पैंदा भंडार भर जांदा माया दा, वेखण नूं हीरा बिल्कुल छोटा है। जैसे बर बंदे हुंडी, हुंडी नूं अज दी भाषा विच समझना तां तुहानूं चैक जां ड्राफ्ट की गल करनी पेगी। कदे वकत सी सेठ एक दूजे नूं पेमेंट दिंदे सन तां कागज उत्ते कोई ना कोई उन्हां कोड वर्ड रखिया हुंदा सी, वो लिख के पा देना, उत्थे जाके पैसे मिल जाने। हुण चैक का कोई भार नहीं है, ड्राफ्ट का कोई भार नहीं, तुसीं अपने परस विच पा के जिथे मर्जी लिजा सकते हो, पर जदों बैंक विच जाके कैश कराओगे तो वो पैसे फिर जेब विच नहीं पैणगे, उन्होंने तुसीं परस विच नहीं पा सकते। चैक ते अपने बटुए विच पा लिया, पर जदों वो कैश होना उस ड्राफ्ट दे उन्हां पैसिਆਂ नूं वो चैक दे पैसे तुसी फिर परस विच नहीं पा सकोगे, वो वध जाणगे, वो तां किसी बैग विच पाउणे पैणगे। आकार छोटा है, कीमत बहुत वड्डी हो गई। जैसे बर बंदे हुंडी लगत न भार कशु, अगे जाए पाईयत लक्ष्मी अपहार जी। तीजी उदाहरण कहते ने जैसे बट बीज अत सूखम स्वरूप होत। बट बीज कहते ने बोड़ दे दरखत दे बीज नूं बिल्कुल छोटा जिहा है, जिवें तिलां दा हुंदा है, वो बीज दिता जाए, जदों उगदा है, जदों दा फलाव वधदा है, वो लखां बीआं नूं जन्म दिंदा है। उस बोड़ दी दरखत दे छावें सैकड़े बंदे बह सकदे ने, ओदा फैलाव इन्ना हो जांदा है। इन्ना भलिया याद रखी, गुरु दा बचन तू छोटा ना समझ बैठी, एक भी बचन गुरु दा कमा ले, हजारां लखां लोग तेरी शरण विच तर सकदे ने। छोटे जिहे बीज दा बनिया बोड़ दा दरखत सैकड़े लोग ओदी छां मान सकदे ने। गुरु दा कमाया होया एक बचन तेनू उस पदवी ते लै जाएगा। हजारां लोग तेरे तो सुख लै सकते ने, हजारां लोग तेरी संगत नाल तर सकते ने, पर शर्त एक है, तू वो बचन कमा ले। जैसे बट बीज अत सूक्ष्म स्वरूप होत, बोए से बविद करे विरखा विस्तार दी। तैसे गुर बचन सच्चन गुर सिखन में, जानिए महात्म गए हरद्वार जी। गुरु दे बचन दा उदों मुल पैंदा जदों रब दी दरगाह वल तुरना है। तू कमाया की है, उदों फिर तेरे काम आएगा। जे को बुझे होवे सच्चेहार, गल विचों कमाउण दी है,
सतगुरु गुरु नानक साहब महाराज दे कोल 7 साल रहे ने भाई लहणा धन गुरु अंगद दे महाराज। श्री गुरु रामदास महाराज जी की वडियाई का जसवईया है। इतिहास पढ़ियो 1534 विच श्री गुरु रामदास महाराज जी का प्रकाश हुंदा है और उस वक्त 3 गुरु साहबान शरीर विच ने। श्री गुरु नानक साहब महाराज, धन गुरु अंगद देव महाराज, धन गुरु अमरदास महाराज। सतगुरु गुरु नानक साहब महाराज सच्चे पातशाह की उम्र तकरीबन 65.5 साल की है। गुरु अमरदास महाराज की उम्र, बाबा अमरदास जी की उम्र उस वक्त तकरीबन 55.5 साल है और साध संगत श्री गुरु अंगद देव महाराज की उम्र उस वक्त 30 साल है। जदों धन गुरु रामदास महाराज प्रकाश लेंदे ने, गुरु अंगद देव महाराज नूं भाई लहणा जी दे रोबे सिर्फ 2 साल होए ने अजे करतारपुर आया। जे को बुझे होवे सचिहार सिक्खी बुझण दा विषय। पातशाह इशारा करते ने, कहते ने अपने सिक्खां नूं भाईया कटोरा साडे हत्थों छप्पड़ विच डिग पिया है, कढ के लियाओ खां। जिन्हों कहा उन्हें कहा महाराज मिट्टी का कटोरा ही है। इदां दे कटोरे तो बहुत पे ने धर्मशाल विच। एक मिट्टी के कटोरे की खातर की छप्पड़ विच बनना है, कपड़े क्यों खराब करने ने। नाले महाराज की पता छप्पड़ कितना डूंगा होवे, विच दलदल होवे, मामूली जे चीज की खातर छप्पड़ विच जाण दी की लोड़ है। एक ने जवाब दिता, 2 ने दिता, 3 ने दिता। हजूर कहते ने ठीक है बई। फिर भाई लहणा साहब वाल हजूर ने इशारा किया, कहते लहणे तू ही वेख ला, कढ़ लिया सी कटोरा। उस वक्त क्या महाराज 7 वचन उस छप्पड़ विच उतर गए, कटोरा कढ़ लिया। गल कटोरे दी नहीं सी, गल ये सी जे को बुझे होवे सचिहार। हुक्म किन्ना को कोई मनदा है, सतगुर की आग्या सत, सत कर जानो गुर सिखो। जदों कोई वचन मन लेंदा है वो गुरु के नेड़े हो जाता है। साध संगत सतगुरु जी ने खंडे वाटे की पौल आपां नूं बख्शिश की है। उहदे विच हुण तुसीं ककार धारण कीते ने। ककार देण लग्गिया 5 प्यारियां दे रोबे 10वें पिता ने वचन ही कीता ना भी आ वचन मनना है। ककार तो कोई भी पा सकता है, ककार तो बाहरों कोई भी खरीद के पा सकता है। इस गल की कोई पहचान नहीं भी इन्हें किरपान पाई अमृत छकिया कि नहीं छकिया। पर साध संगत जदों कोई वचन कमाउंदा है उदों वो गुरु का सचिहार सिख है। जिहड़ा वचन कहा वो वचन कमाउणा सिखी है। और वचन साध संगत छोटा भी होवे वो तुहाडा जीवन सफल कर देगा। अज सतगुरु गुरु रामदास महाराज जी की वडियाई विच भट्ट साहबान कहिंदे, हे गुरु रामदास साहब जिन्हां ने तेरे दर्शन कीते ना महाराज उन्होंने धर्म कर्म तुहाडे कोलों प्राप्त हो गया। उन्होंने महाराज तुसीं धर्म कर्म बख्शिश कर दिता। एक चीज होर ध्यान विच रखियो, वैसे धर्म के अर्थ विद्वानां ने धारण करना कीते ने। उंज एक चीज तुहाडे ध्यान विच रहेगी, कर्म ही मनुख दा धर्म है जे उहनूं करना आ जाए। बाहरों कोई कवे पहरावा धर्म दा है ते कर्म होर होवे, वो धर्मी अखवाउण दा हकदार ही नहीं है। उहदे बारे तां हजूर ने बहुत मंडन गुरु ग्रंथ साहब महाराज की बाणी के अंदर खंडन पहला कीता, फिर नाल मंडन की गल भी कही। फूल फदीयत मुलैन पढ़ासा, पानी देख संगाही, भेडां वांगी सिर खोहाइन भरियन हथ सवाही। वो किसी धर्म का बाणा है जिन्होंने महाराज कह रहे हैं। किसी धर्म के कपड़े ने उन्हें पहने हुए, जिन्हों सतगुरु ये गल कह रहे हैं क्यों तू कला पहरावा धारण किया, अंदर धर्म का कर्म नहीं। हे गुरु रामदास साहब तुहानूं दर्शन करदिआं, तुहाडे चरण परसदिआं, तुहाडे कोल आउंदिआं सिख नूं की मिलदा है? धर्म कर्म पूरे सतगुर पाई है। महाराज तुहाडे कोल आके ना पूरा धर्म कर्म मिल जाता है। एक चीज होर जिंदगी विच अपने काम आएगी, लोकां धर्म नूं बहुत औखा बना लिया। सतगुरों बहुत सुखैन रूप विच लोकां दे सामने रखिया सी।
ਅਸੀਂ ਉਹਨੂੰ ਇੰਨਾ ਸੰਕੀਰਣ ਕਰ ਦਿੱਤਾ ਹੈ, ਇੰਨਾ ਕੱਟੜ ਕਰ ਦਿੱਤਾ ਹੈ ਕਿ ਨਹੀਂ ਜੀ ਆਮ ਬੰਦੇ ਲਈ ਤਾਂ ਕਮਾਉਣਾ ਹੀ ਬਹੁਤ ਔਖਾ ਹੈ। ਹਜ਼ੂਰ ਨੇ ਕਿਹਾ ਅੰਦਰ ਝਾਤ ਮਾਰੀ, ਕਿਤੇ ਤੂੰ ਉਸ ਪੁਰਾਣੇ ਪੰਡਤ ਵਾਲਾ ਕੰਮ ਨਾ ਕਰਦਾ ਹੋਵੇਂ ਜਿਹਨੇ ਕਾਗਜ਼ਾਂ ਦੀ ਜੇਲ੍ਹ ਬਣਾ ਕੇ ਬੰਦੇ ਨੂੰ ਕੈਦ ਕਰ ਰੱਖਿਆ ਸੀ। ਕਬੀਰ ਕਾਗਜ਼ ਕੀ ਓਬਰੀ, ਮਸ ਕੇ ਕਰਮ ਕਪਾਟ, ਪਾਹਨ ਬੋਰੀ ਪਿਰਥਵੀ, ਪੰਡਤ ਪਹਾੜੀ ਬਾਟ। ਉਹਦੇ ਵਾਂਗ ਕਿਤੇ ਲੋਕਾਂ ਨੂੰ ਭੁਲੇਖੇ ਵਿੱਚ ਨਾ ਪਾਈ ਜਾਈ ਕਿ ਜੋ ਮੈਂ ਕਹਿ ਰਿਹਾ ਉਹ ਧਰਮ ਹੈ, ਜੋ ਦੂਜਾ ਕਹਿ ਰਿਹਾ ਉਹ ਤਾਂ ਗਲਤ ਹੈ। ਜਿਵੇਂ ਮੈਂ ਕਮਾ ਰਿਹਾ ਉਹ ਧਰਮ ਹੈ, ਜਿਵੇਂ ਦੂਜਾ ਕਰ ਰਿਹਾ ਉਹ ਤਾਂ ਮਨਮਤ ਹੈ। ਕੋਈ ਕਰਮ ਅਸੀਂ ਕਰ ਰਹੇ ਹਾਂ ਉਹ ਗੁਰਮਤ ਹੈ, ਦੂਜਾ ਕਰ ਰਿਹਾ ਉਹ ਮਨਮਤ ਹੈ। ਇਹਨੂੰ ਬੁੱਝਣ ਦੀ ਲੋੜ ਹੈ। ਛੋਟੇ ਛੋਟੇ ਧਰਮ ਦੇ ਕਰਮ ਬੰਦੇ ਨੂੰ ਰੱਬ ਦੇ ਨੇੜੇ ਰੱਖਦੇ ਸੀ। ਅਸੀਂ ਉਹ ਛੋਟੇ ਛੋਟੇ ਧਰਮ ਦੇ ਕਰਮ ਕਰਨੇ ਛੱਡ ਦਿੱਤੇ ਔਰ ਅਸੀਂ ਧਰਮ ਤੋਂ ਦੂਰ ਚਲੇ ਗਏ। ਗੁਰੂ ਕੋਲ ਆ ਕੇ ਸਿੱਖ ਨੂੰ ਪੂਰਾ ਧਰਮ ਕਰਮ ਪ੍ਰਾਪਤ ਹੁੰਦਾ ਸੀ। ਪੂਰੇ ਗੁਰੂ ਦੇ ਕੋਲ ਆ ਕੇ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਪਹਿਲਾਂ ਮਾਈਆਂ ਨੇ ਪ੍ਰਸ਼ਾਦਾ ਬਣਾਉਣਾ ਘਰ 'ਚ, ਥੋੜਾ ਜਿਹਾ ਆਟਾ ਕੱਢ ਕੇ ਬਜ਼ੁਰਗ ਮਾਈ ਨੇ ਅਲੱਗ ਰੱਖ ਲੈਣਾ। ਸਾਰੇ ਪ੍ਰਸ਼ਾਦੇ ਬਣਾ ਕੇ ਫਿਰ ਉਹ ਥੋੜੇ ਜਿਹੇ ਆਟੇ ਦਾ ਇੱਕ ਪ੍ਰਸ਼ਾਦਾ ਬਣਾਉਣਾ, ਛੋਟਾ ਬਣਨਾ। ਉਹਨੂੰ ਘਰ ਦੇ ਬੱਚਿਆਂ ਨੂੰ ਕਹਿਣਾ ਬੇਟਾ ਛੱਤ ਉੱਤੇ ਪੰਛੀਆਂ ਨੂੰ ਪਾ ਦੇ, ਕਿਸੇ ਜਾਨਵਰ ਨੂੰ, ਕੁੱਤੇ ਨੂੰ ਪਾ ਦੇ, ਮਾਫ ਕਰਿਓ, ਇਹਨੂੰ ਮਨਮਤ ਨਾ ਸਮਝਿਓ। ਇਹ ਛੋਟਾ ਜਿਹਾ ਇੱਕ ਕਰਮ ਸੀ ਜਿਹੜਾ ਤੁਹਾਨੂੰ ਧਰਮ ਨਾਲ ਜੋੜ ਰਿਹਾ ਹੈ। ਉਸੇ ਪਰਿਵਾਰ ਵਿੱਚ 14-14 ਜੀਵ ਪ੍ਰਸ਼ਾਦਾ ਛਕਦੇ ਸਨ। ਇਕੱਠਾ ਪਰਿਵਾਰ ਹੁੰਦਾ ਸੀ, ਇਤਫਾਕ ਬੜਾ ਸੀ। ਉਸ ਮਾਈ ਦੇ ਅੰਦਰ ਇਹ ਧਰਮ ਕਿਸੇ ਨੇ ਦੱਸਿਆ ਨਹੀਂ ਸੀ। ਇਹ ਗੁਰੂ ਦੇ ਦਰ ਉੱਤੇ ਆ ਕੇ ਭਾਵਨਾ ਦੇ ਨਾਲ ਗੁਰੂ ਘਰੋਂ ਆਪਣੇ ਆਪ ਅੰਦਰ ਪੈਦਾ ਹੋਇਆ ਸੀ। ਮੇਰੇ ਘਰ ਦੇ 14 ਜੀਵ ਪ੍ਰਸ਼ਾਦਾ ਬਾਅਦ ਵਿੱਚ ਛਕਣਗੇ, ਪਹਿਲਾਂ ਥੋੜਾ ਜਿਹਾ 2-4 ਬੁਰਕੀਆਂ ਪ੍ਰਸ਼ਾਦਾ ਕਿਸੇ ਜੀਵ ਜੰਤੂ ਪੰਛੀਆਂ ਨੂੰ ਪਾ ਦਾਂ, ਉਹਦੇ ਨਾਲ ਘਰ ਵਿੱਚ ਸਕੂਨ ਰਹਿੰਦਾ ਸੀ। ਮੈਨੂੰ ਮਾਫ ਕਰਿਓ, ਹੁਣ ਕੀ ਹੁੰਦਾ ਹੈ? ਹੁਣ ਇਕੱਠਾ ਹੀ ਆਟਾ ਗੁੰਨ ਕੇ ਤੁਸੀਂ ਫਰਿੱਜ 'ਚ ਰੱਖਿਆ, ਜਦੋਂ ਬਣਾਉਣਾ ਘਰ ਦੇ ਮੈਂਬਰ ਹੋਏ ਤੇ 2-4 ਹੀ, ਉਹਨਾਂ ਨੂੰ ਪੁੱਛ ਕੇ ਬਣਾਉਣਾ, ਤੁਸੀਂ ਕਿੰਨੀਆਂ ਰੋਟੀਆਂ ਖਾਓਗੇ, ਤੁਸੀਂ ਕਿੰਨੀਆਂ ਖਾਓਗੇ, ਤੁਸੀਂ ਕਿੰਨੀਆਂ ਖਾਓਗੇ। ਤੁਹਾਡੇ ਛਾਬੇ ਵਿੱਚ ਇੱਕ ਪ੍ਰਸ਼ਾਦਾ ਵੀ ਕਿਸੇ ਜੀਵ ਜੰਤੂ ਪੰਛੀਆਂ ਲਈ ਨਹੀਂ ਬਚਦਾ। ਧਰਮ ਕੀ ਕਮਾਵਾਂਗੇ? ਅਸੀਂ ਛੋਟੇ ਛੋਟੇ ਧਰਮ ਦੇ ਕਰਮ ਛੱਡ ਹੀ ਦਿੱਤੇ ਕਰਨੇ। ਇਹਦੀ ਕੀ ਲੋੜ ਹੈ? ਇਹ ਮਨਮਤ ਹੈ। ਹਾਂ, ਉਹਨੂੰ ਦੂਜੇ ਲੋਕਾਂ ਨੇ ਮਿਸਯੂਜ਼ ਜ਼ਰੂਰ ਕੀਤਾ, ਮਿਸਗਾਈਡ ਜ਼ਰੂਰ ਕੀਤਾ ਵੀ ਜੀ ਪ੍ਰਸ਼ਾਦਾ ਪਾਓ ਤੇ ਕਾਲੇ ਕੁੱਤੇ ਨੂੰ ਪਾਓ, ਉਹ ਮਨਮਤ ਹੈ। ਪ੍ਰਸ਼ਾਦਾ ਪਾਉਣਾ ਤੇ ਕਾਲੇ ਰੰਗ ਦੀ ਗਾਂ ਨੂੰ ਪਾਓ, ਉਹ ਮਨਮਤ ਹੈ। ਪਰ ਕਿਸੇ ਜੀਵ ਜੰਤੂ ਨੂੰ ਪ੍ਰਸ਼ਾਦਾ ਪਾਉਣਾ ਮਨਮਤ ਨਹੀਂ। ਉਹ ਧਰਮ ਦਾ ਕਰਮ ਸੀ ਛੋਟਾ ਜਿਹਾ। ਉਹਦੇ ਨਾਲ ਤੁਹਾਡੇ ਅੰਦਰ ਧਰਮ ਦੀ ਜਾਗ ਲੱਗਦੀ ਸੀ। ਕਈ ਵਾਰ ਘਰਾਂ ਵਿੱਚ ਜਦੋਂ ਦੁੱਧ ਤੋਂ ਦਹੀਂ ਬਣਾਉਂਦੇ ਨਾ, ਪੰਜਾਬ ਵਿੱਚ ਇਸ ਤਰ੍ਹਾਂ ਕਹਿੰਦੇ, ਤੁਸੀਂ ਵੀ ਪੰਜਾਬੀ ਨਾਲ ਜੁੜੇ ਹੋ, ਤੁਹਾਨੂੰ ਪਤਾ ਹੈ, ਕਿਸੇ ਇਲਾਕੇ ਵਿੱਚ ਜੰਮਣ ਕਹਿੰਦੇ ਨੇ, ਜਾਮਣ ਕਹਿੰਦੇ, ਕਿਸੇ ਇਲਾਕੇ ਵਿੱਚ ਜਾਗ ਕਹਿੰਦੇ ਨੇ। ਇੱਕ ਚਮਚਾ ਦਹੀਂ ਦਾ 3-4 ਕਿਲੋ ਦੁੱਧ ਵਿੱਚ ਪਾ ਦਿਓ, ਕੁਝ ਘੰਟਿਆਂ ਬਾਅਦ ਉਹ ਦੁੱਧ ਦਹੀਂ ਬਣ ਜਾਂਦਾ ਹੈ। ਇੱਕ ਚਮਚੇ ਨੇ 4 ਕਿਲੋ ਦੁੱਧ ਨੂੰ ਦਹੀਂ ਬਣਾ ਦਿੱਤਾ, ਉਹਨੂੰ ਜਾਗ ਕਹਿੰਦੇ ਨੇ। ਉਹ ਸਿੱਖਾ ਛੋਟੇ ਛੋਟੇ ਧਰਮ ਦੇ ਕਰਮ ਕਰਨੇ ਨਾ ਛੱਡੀ, ਇਹ ਤੇਰੇ ਅੰਦਰ ਧਰਮ ਦਾ ਯਾਗ ਲਾਉਂਦੇ ਨੇ। ਇੱਕ ਦਿਨ ਤੂੰ ਵੱਡਾ ਵੀ ਕਮਾ ਸਕੇਗਾ, ਪਹਿਲਾਂ ਤੂੰ ਛੋਟੇ ਛੋਟੇ ਕਰਮ ਕਰਨੇ ਬੰਦ ਨਾ ਕਰ ਦੇਈਂ। ਇਹ ਤੇਰੇ ਅੰਦਰ ਜਾਗ ਹੈ ਧਰਮ ਦਾ, ਇਹ ਤੇਰੇ ਅੰਦਰ ਦਇਆ ਦਾ ਜਾਗ ਹੈ, ਜਿਹਨੂੰ ਸਾਹਿਬ ਜਪਜੀ ਸਾਹਿਬ ਅੰਦਰ ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਤੇਰੇ ਅੰਦਰ ਦਇਆ ਹੋਣੀ ਚਾਹੀਦੀ। ਇਹ ਧਰਮ ਦਾ ਕਰਮ ਸੀ। ਦੂਰ ਦੂਰ ਤੱਕ ਲਾਈਵ ਜਾ ਰਿਹਾ, ਲੋਕ ਪਿੰਡਾਂ ਵਿੱਚ ਵੀ ਸੁਣਦੇ ਨੇ। ਜਦੋਂ ਹਾੜੀ ਸੌਣੀ ਫਸਲ ਚੱਕਣੀ, ਉਦੋਂ ਲੋਕਾਂ ਪਹਿਲਾਂ ਬੋਰੀਆਂ ਰੱਖ ਲੈਣੀਆਂ ਵੀ ਆਹ ਇੱਕ ਥੈਲਾ ਗੁਰਦੁਆਰੇ ਦੇ ਗ੍ਰੰਥੀ ਨੂੰ ਭੇਜਣਾ ਹੈ, ਆਹ ਗੁਰਦੁਆਰੇ ਭੇਜਣਾ ਹੈ, ਆਹ ਕਾਰ ਸੇਵਾ ਵਾਲਿਆਂ ਨੂੰ ਭੇਜਣਾ ਹੈ। ਕੁਆਂਟਲ 2 ਕੁਆਂਟਲ ਕਣਕ ਝੋਨਾ ਕੱਢ ਲੈਂਦੇ ਸੀ, ਚੰਗੀ ਗੱਲ ਹੈ। ਕਈ ਹੁਣ ਵੀ ਕੱਢਦੇ ਨੇ। ਫਿਰ ਸਾਧ ਸੰਗਤ ਘਰ ਦੀਆਂ ਸਿਆਣੀਆਂ ਮਾਈਆਂ ਨੇ ਕਹਿਣਾ, ਹਾੜੀ ਦੀ ਫਸਲ ਚੁੱਕੀ ਹੈ, ਪਹਿਲਾਂ 5 ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ। ਹੁਣ ਬਹੁਤਾਤ ਵਿੱਚ ਅਸੀਂ ਇਹਨੂੰ
ਮਨਮਤ ਕਹਿਣ ਲੱਗ ਪਏ। ਔਰ ਮੈਨੂੰ ਮਾਫ ਕਰਿਓ, ਅੱਜ ਦੇ ਸਮੇਂ ਵਿੱਚ ਜਿੰਨੀ ਔਖੀ ਜ਼ਿੰਦਗੀ ਪ੍ਰਚਾਰਕ ਦੀ ਹੈ ਇੰਨੀ ਹੋਰ ਕਿਸੇ ਦੀ ਨਹੀਂ। ਤੁਸੀਂ ਕੁਝ ਕਹਿ ਕੇ ਵੇਖੋ, ਸਵੇਰੇ ਕਲੇਸ਼ ਬੁੱਕ ਤੇ ਜੋ ਤੁਹਾਡਾ ਕਲੇਸ਼ ਨਿਕਲਣਾ ਵੇਖਿਓ ਕੀ ਬਣਦਾ। ਕਿਉਂਕਿ ਅਸੀਂ ਇਹ ਕਹਿਣਾ ਚਾਹੁੰਦੇ ਵੀ ਜੋ ਮੈਂ ਕਹਿ ਰਿਹਾ ਉਹੀ ਗੁਰਮਤ ਹੈ, ਬਾਕੀ ਤਾਂ ਹੈ ਹੀ ਮਨਮਤ। ਇਹ ਤੇ ਬੰਦਾ ਕਿਸੇ ਹੋਰ ਜਗ੍ਹਾ ਨਾਲ ਜੁੜਿਆ ਹੈ। ਖੈਰ, ਹਾੜੀ ਸੋਹਣੀ ਫਸਲ ਚੁੱਕਣੀ, ਲੋਕਾਂ ਛੋਟੇ ਛੋਟੇ ਧਰਮ ਦੇ ਕਰਮ ਕਮਾਉਣੇ, 50 ਕਿਲੋ ਕਣਕ ਉੱਥੇ ਪਾ ਦਿਓ, 50 ਕਿਲੋ ਉੱਥੇ ਪਾ ਦਿਓ, ਇਹ ਸੇਵਾ ਸੀ। ਅੰਦਰ ਧਰਮ ਦਾ ਕਰਮ ਜਾਗਦਾ ਸੀ। ਮਾਈ ਨੇ ਪਹਿਲਾਂ ਕਣਕ ਕੱਢ ਕੇ ਰੱਖ ਲੈਣੀ, ਪਹਿਲਾਂ ਆਟਾ ਪੀਸਣਾ, 5 ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ, ਗੁਰੂ ਘਰ ਦੇ ਗ੍ਰੰਥੀ ਵਜ਼ੀਰ ਨੂੰ ਸੱਦ ਕੇ ਪ੍ਰਸ਼ਾਦਾ ਛਕਾਉਣਾ। ਇਹ ਛੋਟੇ ਛੋਟੇ ਧਰਮ ਦੇ ਕਰਮ ਸੀ। ਅਸੀਂ ਛੱਡ ਕੇ ਬਹਿ ਗਏ। ਬਾਰ-ਬਾਰ ਇਹ ਗੱਲ ਹੋਈ, ਇਹ ਮਨਮਤ ਹੈ, ਇਹਦਾ ਕੀ ਫਾਇਦਾ ਹੈ। ਤੇ ਸਾਧ ਸੰਗਤ ਹੁਣ ਸਿੱਧੀਆਂ ਟਰਾਲੀਆਂ ਭਰਦੇ ਨੇ ਖੇਤਾਂ ਚੋਂ ਤੇ ਸਿੱਧੀ ਮੰਡੀ ਵਿੱਚ ਸੁੱਟ ਕੇ ਆੜਤੀਏ ਤੋਂ ਉਸੇ ਵਕਤ ਪੈਸਿਆਂ ਦੀ ਦੱਥੀ ਫੜ ਲੈਂਦੇ ਨੇ। ਬਾਕੀ ਬਾਅਦ ਚ ਕਰ ਲਾਂਗੇ, ਇੰਨੇ ਕੁ ਦੇ ਦੇ। ਮੇਰੀਆਂ 7 ਟਰਾਲੀਆਂ ਆ ਗਈਆਂ ਨੇ ਝੋਨੇ ਦੀਆਂ, ਤੂੰ ਇੰਨੇ ਕੁ ਦੇ ਦੇ, ਬਾਕੀ ਬਾਅਦ ਚ ਕਰ ਲਾਂ। ਦੱਥੀ ਪੈਸਿਆਂ ਦੀ ਪਕੜਨ ਤੋਂ ਬਾਅਦ ਮਾਫ ਕਰਿਓ, ਉਹ ਬੰਦਾ ਸ਼ੁਕਰਾਨਾ ਕਰਨ ਲਈ ਘਰ ਵਾਸਤੇ ਕੋਈ ਮਿੱਠਾ ਪ੍ਰਸ਼ਾਦ ਨਹੀਂ ਲੈ ਕੇ ਜਾਂਦਾ, ਸਿੱਧਾ ਗੁਰਦੁਆਰੇ ਮੱਥਾ ਟੇਕਣ ਨਹੀਂ ਜਾਂਦਾ। ਹੁਣ ਉਹ ਦੱਥੀ ਪਕੜ ਕੇ ਬਹੁਤਾਤ ਵਿੱਚ ਪਤਾ ਲੋਕ ਕੀ ਕਰਦੇ ਨੇ, ਟਰੈਕਟਰ ਟਰਾਲੀ ਉੱਥੇ ਰੁਕੇਗੀ ਜਿੱਥੇ ਲਿਖਿਆ ਹੋਇਆ ਲਾਲ ਰੰਗ ਦੇ ਅੱਖਰਾਂ ਨਾਲ ਮੋਟਾ ਕਰਕੇ, ਇੱਥੇ ਦੇਸੀ ਅੰਗਰੇਜ਼ੀ ਸ਼ਰਾਬ ਮਿਲਦੀ ਹੈ। ਉਹ ਸਿੱਖਾ, ਤੂੰ 6 ਮਹੀਨਿਆਂ ਦੀ ਮਿਹਨਤ ਫਸਲ ਬੀਜ ਕੇ ਘਰ ਨੂੰ ਸ਼ਰਾਬ ਲੈ ਗਿਆ, ਹੁਣ ਦੱਸ ਇਹ ਧਰਮ ਦਾ ਕਰਮ ਹੈ। ਫਿਰ ਤੁਸੀਂ ਕਹੋ ਜੀ ਘਰ ਵਿੱਚ ਸੁੱਖ ਨਹੀਂ, ਘਰ ਵਿੱਚ ਗੁਰੂ ਤਾਂ ਸਾਡੀ ਅਰਦਾਸ ਹੀ ਨਹੀਂ ਸੁਣਦਾ, ਬੱਚੇ ਤਾਂ ਕਹਿਣਾ ਹੀ ਨਹੀਂ ਮੰਨ ਰਹੇ, ਅਸੀਂ ਤਾਂ ਸਭ ਕੁਝ ਹੁੰਦੇ ਆ ਬਹੁਤ ਦੁਖੀ ਆ। ਕਿਉਂ? ਅਸੀਂ ਧਰਮ ਦੇ ਕਰਮ ਕਰਨੇ ਛੱਡ ਦਿੱਤੇ। ਅੱਜ ਸਾਹਿਬ ਨੇ ਕਿਹਾ, ਧੰਨ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵਿੱਚ ਭੱਟ ਸਾਹਿਬਾਨ ਕਹਿੰਦੇ, ਹੇ ਗੁਰੂ ਰਾਮਦਾਸ, ਤੁਹਾਡੇ ਕੋਲ ਆਉਂਦਿਆਂ ਨਾ ਸਿੱਖ ਨੂੰ ਧਰਮ ਕਰਮ ਪ੍ਰਾਪਤ ਹੋ ਜਾਂਦਾ ਹੈ। ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਜਾ ਕੀ ਸੇਵਾ ਸਿੱਧ ਸਾਧ ਮੁਨ ਜਨ, ਸੁਰ ਨਰ ਜਾਂਚੈ ਸ਼ਬਦ ਸਾਧ, ਏਕ ਲਿਵ ਲਾਈ ਹੈ। हे ਗੁਰੂ ਰਾਮਦਾਸ ਮਹਾਰਾਜ, ਤੁਹਾਡੀ ਸੇਵਾ ਨਾ ਵੱਡੇ ਵੱਡੇ ਸਿੱਧ ਸਾਧ ਮੁਨੀ ਦੇਵਤੇ ਉਹ ਲੋਚਦੇ ਆ ਕਿ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੀ ਸੇਵਾ ਮਿਲ ਜਾਏ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਪਤਾ ਕੌਣ ਨੇ? 3 ਰੂਪਾਂ ਵਿੱਚ ਵਡਿਆਈ ਆਈ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਆ ਧਿਆਨ ਨਾਲ ਸੁਣਿਓ। ਉਂਝ ਵਾਰਤਕ ਰੂਪ, ਕਾਵ ਰੂਪ ਵਿੱਚ ਬੜੇ ਵਿਦਵਾਨਾਂ ਵਡਿਆਈ ਕੀਤੀ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜੋਗੇ ਤਾਂ ਸਾਧ ਸੰਗਤ 3 ਥਾਵਾਂ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਮਕਾਲੀ ਰੱਬੀ ਰੂਹਾਂ ਨੇ ਵਡਿਆਈ ਕੀਤੀ ਹੈ। ਪਹਿਲਾ 922 ਅੰਗ ਉੱਤੇ ਇੱਕ ਪਾਵਨ ਬਾਣੀ ਸ਼ੁਰੂ ਹੁੰਦੀ ਹੈ, ਰਾਮ ਕਲੀ ਸਦ। 923 ਤੇ ਦਾ ਪਾਠ ਸ਼ੁਰੂ ਹੋਣਾ ਹੈ ਉੱਪਰੋਂ ਸਰਲੇਖ ਤੋਂ। ਬਾਬਾ ਸੁੰਦਰ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪੜਪੋਤੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਲਿਖੀ ਉਹਨਾਂ। ਦੂਜਾ ਸਾਧ ਸੰਗਤ 966 ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਬਾਬਾ ਸੱਤਾ ਬਲਵੰਡ ਜੀ, ਸੱਤਾ ਤੇ ਬਲਵੰਡ ਦੋਹਾਂ ਦੀ ਇੱਕ ਪੌੜੀਆਂ ਦੀ ਬਹਾਰ ਹੈ ਰਾਮਕਲੀ ਰਾਗ ਅੰਦਰ। ਸੱਤੇ ਬਲਵੰਡ ਡੂਮ ਅੱਖੀ, ਉਹ 966 ਅੰਗ ਤੇ 7ਵੀਂ ਪੌੜੀ ਹੈ। ਉਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵਿੱਚ ਹੈ। ਤੁਹਾਨੂੰ ਯਾਦ ਹੈ, ਜਦੋਂ ਮੈਂ ਪੜਾਂਗਾ ਤੁਹਾਨੂੰ ਯਾਦ ਆ ਜਾਣੀ। ਤੀਜਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਭੱਟ ਸਾਹਿਬਾਨਾਂ ਨੇ ਕੀਤੀ। 123 ਸਵਈਆਂ ਵਿੱਚੋਂ 60 ਸਵਈਏ ਇਕੱਲੇ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵਿੱਚ ਹੈ ਭੱਟ ਸਾਹਿਬਾਨਾਂ ਨੇ। ਬਾਬਾ ਸੱਤਾ ਬਲਵੰਡ ਜੀ ਕਹਿੰਦੇ, ਜੇ ਅੱਜ ਭੱਟ ਸਾਹਿਬਾਨਾ ਕਹਿਣਾ ਦੇਵਤੇ ਸੁਰ ਨਰ ਸਿੱਧ ਸਾਧਕ ਉਹ ਲੋਚਦੇ ਆਵੇ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਚਰਨਾਂ ਦੀ ਸੇਵਾ ਮਿਲ ਜਾਏ। ਤੁਹਾਡੇ ਚਰਨਾਂ ਜਾ ਕੇ ਵੱਡੇ ਵੱਡੇ ਦੇਵਤਿਆਂ ਦਾ ਉਧਾਰ ਹੁੰਦਾ ਹੈ। ਤੇ ਬਾਬਾ ਸੱਤਾ ਬਲਵੰਡ ਜੀ ਕਹਿੰਦੇ, ਦੁਨੀਆ ਦੇ ਲੋਕੋ ਇਹ ਪਤਾ ਕਿਉਂ ਹੋ ਰਿਹਾ ਹੈ? ਇਸ ਧਰਤੀ ਤੇ ਨਾ ਇੱਕ ਪੂਰੀ ਕਰਾਮਾਤ ਵਰਤ ਗਈ। ਪੂਰੀ ਕਰਾਮਾਤ ਉਹ ਕੀ?
ਕਹਿੰਦੇ ਰੱਬ ਨੇ ਕਹਿ ਦਿੱਤਾ ਗੁਰੂ ਰਾਮਦਾਸ ਤੇਰਾ ਸ਼ਰੀਰ ਮੈਨੂੰ ਚਾਹੀਦਾ। ਗੁਰੂ ਰਾਮਦਾਸ ਮਹਾਰਾਜ ਦਾ ਸਰੀਰ ਰੱਬ ਨੇ ਧਾਰਨ ਕਰ ਲਿਆ। ਆਖੋ ਸਤਨਾਮ ਸ੍ਰੀ। ਇਹ ਪੂਰੀ ਕਰਾਮਾਤ ਹੈ। ਧੰਨ ਧੰਨ ਰਾਮਦਾਸ ਗੁਰ ਪੜੋ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮ ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਪੂਰੀ ਹੋਈ ਕਰਾਮਾਤ, ਪੂਰੀ ਹੋਈ ਕਰਾਮਾਤ ਪੂਰੀ। गज के आप सिरजनहार तारिया, आप सिरजनहार तारिया, आप सिरजनहार, आप सिरजन। उस सिरजनहार रब ने आप शरीर धारण कर लिया। किन्हां दा? धन गुरु रामदास महाराज जी दा। अटल अथा अतोल तू तेरा अंत ना पारा वारिया। एक पंक्ति अगे आई, जिनी तू सेविया भाओ कर। हे गुरु रामदास साहब, जिन्होंने तुहानू प्रेम नाल सिमरिया से तुद पारो तारिया, तू उन्हां दा पारो तारा कर दिता। ये पूरी करामात वरत गई इस धरती ते कि गुरु रामदास महाराज दा शरीर धारण कर लिया रब ने। और अज भट्ट साहबान कहंदे वड्डे वड्डे सिद्ध साधक मुनि जन देवते वो लोचदे आ जंचे अंदर लोचदे ने। हे गुरु रामदास महाराज, तुहाडे चरनां दी सेवा मिले, गुरु दे कोलों श्रेष्ठ शब्द मिल के लिव लग जाती है। फुन जाने को तेरा पार। हे गुरु रामदास महाराज, तेरा कोई अंत थोड़ी जान सकता है, तेरा अंत ना पारा वारिया। निर्भौ निरंकार, तू निर्भौ हो गया, तू निर्वैर हो गया, तू निरंकार दा रूप हो गया। गुरु रामदास सच्चे पातशाह, अकथ कथन हार तुझे बुझाई है। हे वाहिगुरु, धन गुरु रामदास, तुहाडी गल कथन तो बाहर हो गई, तुहानू कथिया नहीं जा सकता, तुहाडे बारे कोई कथन किया ही नहीं जा सकता। तेरा अंत ना पारा वारिया, तेरा कोई अंत परला पासा नहीं। गुरु रामदास महाराज, तू अटल है, अथाह है, अतोल है। साध संगत, उस दर दी वड्याई वेखो। उत्थे किसे वास्ते कोई कंडीशन नहीं कि सिख आवेगा ओदी अरदास होनी है। किसे भाषा विच भी कोई बंदा आ जाए, किसे जात धर्म मजहब किसे दुनिया के कोने तो कोई भी आ जाए, एक कोई कंडीशन है, भाओ करके आवे। जिनी तू सेविया भाओ कर, से तुद पारो तारिया। ओदी भाषा कोई भी होवे, गुरु रामदास सच्चा पातशाह वो रब है, सारियां भाषावां विच अरदास सुन लैंदा, हर एक भाषा विच अरदास सुनदा। 2012 विच मैं टोरंटो रुकिया होया सी। नंबर रखने पैंदे ने क्योंकि अजकल लाइव चलदा है, लोग छोटी छोटी गल उत्ते कलेश पा लैंदे ने, वे किवें जी सच भी है कि नहीं। अपने गुरु की वड्याई करन लग्गिया झुकना नहीं चाहिए। गुरु समर्थ है, गुरु रब है, फिर असीं क्यों लुकोईए। उत्थे साध संगत एक सज्जन रहिंदा, उहदा नाम परमिंदर सिंह नत्त है, कंस्ट्रक्शन का काम करदा है। वो कहता भाई साहब असीं किसी गोरियां दे घर उन्हां दा किचन ते वाशरूम दीयां टाइलां दा काम कर रहे सी। किचन दा कुछ काम रह गया, बाकी अचानक वो दोवें जने अंग्रेज औरत ते उहदे घर वाला बजुर्ग ने, दोवें रहिंदे ने। तुहानूं पता उत्थों दा कल्चर है, बच्चे नहीं कोल रहिंदे, विरध ने विचारे, सियाणे सी। वो अंग्रेज औरत ने कहना अचानक सानू कह दिता भी मिस्टर सिंह प्लीज क्लोज टू वर्क, के काम बंद कर दिओ, असीं कराउणा नहीं अगे। कहना मैं बड़ा हैरान होया भी काम ते अजे रहिंदा है। मैं उन्होंने कहा मैडम क्यों नहीं कराउणा काम? वो कहनी साडे कोल पैसे नहीं है।
पैसे मुक गए ने, रोज दी रोज पैसे डॉलर दे देंदे। कहना मैं उन्होंने बड़े सत्कार नाल कहा भी कोई गल नहीं, पैसे नहीं तो पैसे फिर दे दिओ, नैक्सट मंथ तुहानू पेंशन आनी है, तुसीं उदों पैसे दे दिओ, पर काम जिहड़ा कंप्लीट कराओ। अंग्रेज औरत ने कहा नहीं मिस्टर सिंह असीं काम नहीं कराउणा, बिना पैसिਆਂ तो असीं काम नहीं कराउणा। वो कहना मैं भी बड़ा हैरान सी, इत्थे लोग कहंदे ने उधार कर लो ते देण वाले ने लिख के लाया हुंदा उधार बंद है, ते उत्थे करन वाला कहंदा पैसे फिर दे दिओ, कराउण वाले अंग्रेज कहंदे ने नहीं बिना पैसिਆਂ तो नहीं कराउणा। वैसे एक चीज जिंदगी विच होर ऐड कर लिओ धर्म विच, किसी बंदे दी किरत मेहनत जिहड़ी है जदों वो मेहनत करदा है ਉਹਦਾ पसीना सुकण तो पहला ਉਹਦੀ ਬਣਦੀ ਹੋਈ ਮਿਹਨਤ ਉਹਦੇ ਹੱਥ ਉੱਤੇ ਹੋਣੀ ਚਾਹੀਦੀ ਹੈ, ਬਹੁਤ ਵੱਡਾ ਧਰਮ ਹੈ, ਉਹਨੂੰ ਬਿਲਕੁਲ ਧੋਖੇ 'ਚ ਨਾ ਰੱਖੋ। ਖੈਰ ਕਹਿੰਦੇ ਨੇ ਜਦੋਂ ਉਹ ਪਰਮਿੰਦਰ ਸਿੰਘ ਰੱਤ ਕਹਿੰਦਾ ਫਿਰ ਸਾਡੇ ਤੇ ਬੇਵਸੀ ਸੀ, ਅਸੀਂ ਜਿੱਤ ਥੋੜੀ ਕਰਨੀ ਸੀ, ਉਹਨਾਂ ਕੰਮ ਨਹੀਂ ਕਰਾਉਣਾ ਕਿ ਆਧਾਰ ਵੀ ਨਹੀਂ ਕਰਨਾ, ਅਸੀਂ ਜਦੋਂ ਪੈਸੇ ਹੋਣਗੇ ਕਰਾ ਲਾਂਗੇ। ਤਾਂ ਕਹਿੰਦਾ ਅਸੀਂ ਸਮਾਨ ਇਕੱਠਾ ਕੀਤਾ, ਅਸੀਂ ਵਾਪਸ ਆ ਗਏ, ਉਹਨਾਂ ਦਾ ਕੰਮ ਇਨਕੰਪਲੀਟ ਛੱਡ ਦਿੱਤਾ। ਘਰ ਆ ਕੇ ਰਾਤ ਦਾ ਖਾਣਾ ਖਾਂਦਿਆਂ ਉਹ ਗੁਰਸਿੱਖ ਪਰਿਵਾਰ ਹੈ, ਇਕੱਠੇ ਬਹਿ ਕੇ ਪ੍ਰਸ਼ਾਦਾ ਛਕਦੇ ਨੇ, ਬੱਚੇ ਨਾਲ ਨੇ। ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਜਦੋਂ ਰਾਤ ਦਾ ਪ੍ਰਸ਼ਾਦਾ ਕਮ ਸੇ ਕਮ 3 ਟਾਈਮ ਵਿੱਚੋਂ ਇੱਕ ਪ੍ਰਸ਼ਾਦਾ ਤੇ ਸਾਰੇ ਜਣੇ ਇਕੱਠੇ ਬਹਿ ਕੇ ਛਕੋ, ਤੁਹਾਨੂੰ ਬਹੁਤ ਲਾਭ ਹੋਏਗਾ। ਉਹ ਪਰਿਵਾਰ ਇਕੱਠਾ ਬੈਠਾ ਤਾਂ ਕਹਿੰਦਾ ਮੈਂ ਘਰ ਵਿੱਚ ਗੱਲ ਕੀਤੀ, ਉਹਦੀ ਡਾਕਟਰ ਜਿਹੜੀ ਬੇਟੀ ਹੈ ਉਦੋਂ 18 ਈਅਰ ਦੀ ਸੀ, 18 ਸਾਲ ਦੀ। ਉਹ ਬੱਚੀ ਨੇ ਕਿਹਾ ਪਾਪਾ ਉਹ ਬੰਦੇ ਬਿਮਾਰ ਨੇ, ਬਜ਼ੁਰਗ ਨੇ, ਲੋੜਵੰਦ ਨੇ, ਤੁਸੀਂ ਇਦਾਂ ਕਿਉਂ ਕਿਹਾ ਵੀ ਉਧਾਰ ਕਰ ਲਓ, ਤੁਸੀਂ ਮੁਫਤ ਵਿੱਚ ਕਰ ਦਿੰਦੇ, ਉਂਝ ਵੀ ਤਾਂ ਤੁਸੀਂ ਦਸਵੰਧ ਰੱਖਦੇ ਹੋ ਨਾ, ਕਦੇ ਕਿਤੇ ਸੇਵਾ ਕਰਦੇ ਹੋ ਕਦੇ ਕਿਤਾ। ਉਹ ਜਿਹੜੀ ਦਸਵੰਧ ਦੀ ਸੇਵਾ ਲੋੜਵੰਦ ਵਾਸਤੇ ਹੈ ਤਾਂ ਉਹ ਵੀ ਤਾਂ ਲੋੜਵੰਦ ਸੀ ਵਿਚਾਰੇ, ਤੁਸੀਂ ਮੁਫਤ ਵਿੱਚ ਹੀ ਕੰਮ ਕਰ ਦਿੰਦੇ। ਜਿਹੜੀ ਗੱਲ ਵਿੱਚੋਂ मैं होर तुहाडे गियात विच रखा, अंग्रेज औरत ने कहा असीं पैसे तो बगैर काम नहीं कराउणा, तो परमिंदर सिंह कहना भी क्यों नहीं कराउणा। उहदा जवाब सी वो कहनी एक तां असीं बजुर्ग हां, सानू पेंशन आउंदी है मंथली तां गुजारा चलदा है, ते दूजा मिस्टर सिंह वो अंग्रेज औरत बजुर्ग बोली, कहंदी परमिंदर सिंह मिस्टर सिंह मैनू पिछले 7 साल तो कैंसर की बीमारी है, कल मैं मर गई तेरे पैसे कौन देगा, मैं उधार काम नहीं कराउणा। ਜਦੋਂ ਉਹਨੇ ਘਰ ਆ ਕੇ ਗੱਲ ਦੱਸੀ, ਉਹਦੀ ਡਾਕਟਰ ਨੇ ਇਹ ਗੱਲ ਕਹੀ ਬੇਟੀ ਨੇ ਕਿ ਪਾਪਾ ਫਿਰ ਤੁਸੀਂ ਮੁਫਤ ਵਿੱਚ ਹੀ ਕੰਮ ਕਰਨਾ ਚਾਹੀਦਾ ਸੀ, ਉਹ ਲੋੜਵੰਦ ਨੇ ਵਿਚਾਰੇ, ਉਹ ਪੇਸ਼ੈਂਟ ਨੇ। ਕਹਿੰਦਾ ਮੇਰੇ ਮਨ 'ਚ ਵੀ ਆਇਆ। ਅਗਲੇ ਦਿਨ ਅਸੀਂ ਗੱਡੀ ਲੈ ਕੇ ਚਲੇ ਗਏ, ਉਹ ਅੰਗਰੇਜ਼ ਔਰਤ ਨੂੰ ਕਿਹਾ ਸੀ ਪੈਸਾ ਨਹੀਂ ਲੈਣਾ, ਪਲੀਜ਼ ਸਾਨੂੰ ਕੰਮ ਜਿਹੜਾ ਪੂਰਾ ਕਰਨ ਦਿਓ, ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲ ਰਹੀ। ਕੋਲੋਂ ਪੈਸੇ ਟਾਈਲਾਂ ਖਰਚ ਕੇ 1.5-2 ਦਿਨ ਲੱਗੇ, ਕੰਮ ਕੰਪਲੀਟ ਕਰਤਾ। ਜਦੋਂ ਕੰਮ ਕੰਪਲੀਟ ਹੋਇਆ ਤਾਂ ਹੱਥੋਂ ਵਾਸ਼ ਬੇਸਨ ਤੇ ਧੋ ਰਿਹਾ ਸੀ, ਇੰਨੇ ਨੂੰ ਉਹਦੇ ਮੋਬਾਈਲ ਫੋਨ ਤੇ ਕਿਸੇ ਦਾ ਫੋਨ ਆਇਆ, ਸੈੱਲ ਫੋਨ ਤੇ। ਉਹ ਫੋਨ ਤੇ ਰਿੰਗ ਲੱਗੀ ਹੋਈ ਸੀ, ਰਿੰਗਟੋਨ, ਉਹ ਸ਼ਬਦ ਚੱਲ ਰਿਹਾ ਸੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਵਾਹਿਗੁਰੂ ਵਾਹਿਗੁਰੂ ਦਾ ਨਾਲ ਸਿਮਰਨ। ਹੱਥਾਂ ਨੂੰ ਸਾਬਣ ਲੱਗਾ ਸੀ ਤੇ ਉਹ ਕਹਿੰਦਾ ਮੈਂ ਫੋਨ ਪਿਕ ਨਾ ਕਰ ਸਕਿਆ, ਪੂਰੀ ਟੋਨ ਵੱਜ ਗਈ। ਜਦੋਂ ਮੈਂ ਹੱਥ ਧੋ ਕੇ ਰੁਮਾਲ ਨਾਲ ਸਾਫ਼ ਕਰਕੇ ਜਿਹਦਾ ਫੋਨ ਸੀ ਉਹਦੇ ਨਾਲ ਗੱਲ ਕਰਕੇ ਹਟਿਆ, ਕੋਲ ਖਲੋਤੀ ਅੰਗਰੇਜ਼ ਬਜ਼ੁਰਗ ਔਰਤ ਬੋਲੀ, ਮਿਸਟਰ ਸਿੰਘ ਦਿਸ ਇਜ਼ ਅ ਵੈਰੀ ਸਵੀਟ ਸੌਂਗ, ਇਹ ਗੀਤ ਬਹੁਤ ਪਿਆਰਾ ਸੀ, ਮੈਨੂੰ ਮਿਲ ਸਕਦਾ? ਕਹਿੰਦਾ ਮੈਂ ਉਹਨੂੰ ਕੀ ਦੱਸਾਂ ਵੀ ਗੀਤ ਨਹੀਂ, ਇਹ ਤਾਂ ਸ਼ਬਦ ਹੈ, ਉਹਦੇ ਭਾਉਂਦਾ ਤਾਂ ਸੌਂਗ ਹੀ ਹੈ ਨਾ। ਉਹ ਕਹਿੰਦੀ ਮਿਸਟਰ ਸਿੰਘ ਦਿਸ ਇਜ਼ ਅ ਵੈਰੀ ਸਵੀਟ ਸੌਂਗ, ਇਹ ਬਹੁਤ ਪਿਆਰਾ ਗੀਤ ਸੀ, ਮੈਨੂੰ ਮਿਲ ਸਕਦਾ ਹੈ? ਕਹਿੰਦਾ ਮੈਂ ਉਹਨੂੰ ਕਿਹਾ ਆਫ ਕੋਰਸ ਕਿਉਂ ਨਹੀਂ। ਫਿਰ ਮੈਂ ਸੋਚਿਆ ਕਿਵੇਂ, ਤੇ ਕਹਿੰਦਾ ਫਿਰ ਮੇਰੇ ਮਨ ਚ ਆਇਆ ਨਾ, ਦਰਬਾਰ ਸਾਹਿਬ ਤੋਂ ਅਸੀਂ ਇੱਕ ਵਾਰ ਗੋਲਡਨ ਟੈਂਪਲ ਫੋਟੋ ਲਿਆਏ ਸੀ, ਉਹਦੇ ਵਿੱਚ ਲਾਈਟਾਂ ਵੀ ਜਗਦੀਆਂ ਨੇ, ਸ਼ਬਦ ਵੀ ਵੱਜਦਾ ਹੈ। ਅਗਲੇ ਦਿਨ ਲਿਆ ਕੇ ਅੰਗਰੇਜ਼ਾਂ ਦੇ ਘਰ ਲਾ ਦਿੱਤਾ। ਉਹ ਅੰਗਰੇਜ਼ ਔਰਤ ਤੇ ਉਹਦੇ ਘਰ ਵਾਲੇ ਨੇ ਬਹੁਤ ਥੈਂਕਸ ਕੀਤਾ, ਪੈਸੇ ਦਿੰਦੇ ਸਨ, ਕਹਿੰਦਾ ਮੈਂ ਲਏ ਨਹੀਂ, ਫੋਟੋ ਉਹਨਾਂ ਦੇ ਘਰ ਲਾਤੀ, ਸ਼ਬਦ ਚੱਲ ਪਿਆ, ਉਹ ਬੜੇ ਖੁਸ਼ ਹੋਏ। 3 ਮਹੀਨੇ ਬਾਅਦ ਅਚਾਨਕ ਉਹਨਾਂ ਦੀ ਕਾਲ ਆਈ, ਮਿਸਟਰ ਪਰਮਿੰਦਰ ਸਿੰਘ ਤੁਸੀਂ ਸਾਡੇ ਘਰ ਆ ਸਕਦੇ ਹੋ 5 ਮਿੰਟ ਲਈ, 5 ਮਿੰਟ ਲਈ? ਕਹਿੰਦਾ ਮੈਂ ਕਿਹਾ ਕੋਈ ਗੱਲ ਨਹੀਂ। ਅਸੀਂ ਸ਼ਾਮ ਨੂੰ ਕੰਮ ਤੋਂ ਵਿਹਲੇ ਉਧਰ ਗਏ, ਮੇਰੇ ਮਨ ਚ ਕਹਿੰਦਾ ਖਿਆਲ ਆਇਆ ਸ਼ਾਇਦ ਉਹਨਾਂ ਨੂੰ ਪੈਸੇ ਮਿਲ ਗਏ ਹੋਣੇ, 3 ਮਹੀਨੇ ਹੋ ਗਏ, ਪੈਨਸ਼ਨ ਮਿਲ ਗਈ ਹੋਣੀ ਹੈ, ਹੁਣ ਉਹ ਪੈਸੇ ਦੇਣਗੇ। ਤੇ ਮੈਂ ਮਨ ਚ ਸੋਚਦਾ ਪੈਸੇ ਨਹੀਂ ਲੈਣੇ,
ਉਹਨਾਂ ਨੂੰ ਕਹਿਣਾ ਤੁਸੀਂ ਕਿਸੇ ਚੈਰਿਟੀ ਸੇਵਾ ਕਰਦੇ ਹੋ। ਜਦੋਂ ਉਹਨਾਂ ਦੇ ਘਰ ਗਏ, ਉਹਨੇ ਡਰਾਇੰਗ ਰੂਮ 'ਚ ਬਿਠਾ ਕੇ ਕੋਲਡ ਡਰਿੰਕ ਦਿੱਤੀ ਤਾਂ ਕਹਿੰਦਾ ਅਜੇ ਮੈਂ ਉਹ ਪਾਣੀ ਕੋਲਡ ਡਰਿੰਕ ਪੀ ਰਿਹਾ ਸੀ, ਅੰਗਰੇਜ਼ ਔਰਤ ਤੇ ਉਹਦੇ ਘਰ ਵਾਲਾ ਬਜ਼ੁਰਗ ਦੋਵੇਂ ਆ ਕੇ ਬਹਿ ਗਏ, ਵੱਡਾ ਲਿਫਾਫਾ ਕਾਗਜ਼ਾਂ ਦਾ ਰੱਖ ਲਿਆ, ਉਹ ਪੇਪਰ ਕੱਢ ਕੇ ਟੇਬਲ ਤੇ ਰੱਖਣ ਲੱਗ ਪਏ, ਨਾਲੇ ਸਾਹਮਣੇ ਬੈਠੀ ਅੰਗਰੇਜ਼ ਔਰਤ ਰੋਣ ਲੱਗ ਪਈ। ਮੈਂ ਗਲਾਸ ਰੱਖਦਿਆਂ ਕਿਹਾ ਮੈਡਮ ਵਾਟ ਹੈਪਨਡ, ਕੀ ਗੱਲ ਹੋਈ, ਰੋ ਕਿਉਂ ਰਹੇ ਹੋ? ਉਸ ਅੰਗਰੇਜ਼ ਬਜ਼ੁਰਗ ਔਰਤ ਨੇ ਕਿਹਾ ਮਿਸਟਰ ਸਿੰਘ ਜੋ ਤੁਸੀਂ ਮੈਨੂੰ ਸੌਂਗ ਦੇ ਕੇ ਗਏ ਹੋ ਨਾ ਗੋਲਡਨ ਟੈਂਪਲ, ਕਿਉਂਕਿ ਥੱਲੇ ਲਿਖਿਆ ਸੀ ਗੋਲਡਨ ਟੈਂਪਲ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤੈਨੇ ਸਵਾਰਿਆ, ਜਿਹਦੇ ਵਿੱਚ ਉਹ ਗੁਰੂ ਵਾ ਕਹਿੰਦਾ। ਮੈਂ ਉਹਨੂੰ ਕਹਿ ਨਹੀਂ ਵਾਹਿਗੁਰੂ, ਫਿਰ ਮੇਰੇ ਮਨ ਚੋਂ ਆਵਾਜ਼ ਆਈ ਇਹਨੂੰ ਰੋਕ ਨਾ, ਜੇ ਇਹ ਗੁਰੂ ਵਾ ਕਹਿੰਦੀ ਹੈ ਕੋਈ ਨਹੀਂ, ਇਕੱਠਾ ਵਾਹਿਗੁਰੂ ਵਾਹਿਗੁਰੂ, ਉਹਨੇ ਗੁਰੂ ਵਾ ਤੋਂ ਸੁਣ ਲਿਆ। ਕਹਿੰਦਾ ਮੈਂ ਕਿਹਾ ਦੱਸੋ ਮੈਡਮ। ਉਹ ਅੰਗਰੇਜ਼ ਬਜ਼ੁਰਗ ਔਰਤ ਨੇ ਕਿਹਾ ਮਿਸਟਰ ਸਿੰਘ ਮੈਂ ਪਿਛਲੇ 3 ਮਹੀਨਿਆਂ ਤੋਂ ਸੁਣਦੀ ਹੈ, ਮੇਰਾ ਮਨ ਕਰਦਾ ਘੰਟਿਆਂ ਵੱਧੀ ਮੈਂ ਫੋਟੋ ਦੇ ਸਾਹਮਣੇ ਖਲੋ ਕੇ ਨਾਲ ਗਾਉਂਦੀ ਰਹਿੰਦੀ ਹੈ, ਨਾਲ ਪੜ੍ਹਦੀ ਰਹਿੰਦੀ ਹੈ, ਮੈਨੂੰ ਉਹ ਸੌਂਗ ਬਹੁਤ ਪਿਆਰਾ ਲੱਗਦਾ ਹੈ। ਤੇ ਅੰਗਰੇਜ਼ ਔਰਤ ਨੇ ਕਿਹਾ ਮਿਸਟਰ ਸਿੰਘ ਕੱਲ ਮੇਰਾ ਨਾ ਡਾਕਟਰ ਦੀ ਅਪਾਇੰਟਮੈਂਟ ਸੀ, ਚੈੱਕਅਪ ਸੀ, ਤੇ ਮੇਰੀਆਂ ਰਿਪੋਰਟਾਂ ਅੱਜ ਆਈਆਂ ਨੇ, ਪਤਾ ਕੀ ਆਈ ਹੈ 7 ਸਾਲ ਤੋਂ ਜਿਹੜਾ ਕੈਂਸਰ ਸੀ ਪਤਾ ਹੀ ਨਹੀਂ ਕਿੱਧਰ ਚਲਾ ਗਿਆ। ਸਾਧ ਸੰਗਤ ਉਹ ਮਿਸਟਰ ਪਰਮਿੰਦਰ ਸਿੰਘ ਸਰਦਾਰ ਜੀ ਉਹ ਕਹਿੰਦੇ ਮੇਰੀਆਂ ਅੱਖਾਂ ਭਰ ਗਈਆਂ, ਉਹ ਮਨਾ ਇਹ ਤਾਂ ਗੁਰੂ ਵਾ ਕਹਿ ਕੇ ਵੀ ਗੁਰੂ ਰਾਮਦਾਸ ਸਾਹਿਬ ਤੋਂ ਖੁਸ਼ੀਆਂ ਲੈ ਗਈ। ਸਾਨੂੰ ਤਾਂ ਵਾਹਿਗੁਰੂ ਕਹਿਣਾ ਵੀ ਆਉਂਦਾ, ਅਸੀਂ ਫਿਰ ਵੀ ਨੁਕਤਾ ਚੀਨੀ ਵਿੱਚ ਪੈ ਗਏ। ਨਹੀਂ ਜੀ ਵਾਹਿਗੁਰੂ ਕਹੋ, ਐ ਕਹੋ। ਮੈਂ ਹੱਥ ਜੋੜ ਕੇ ਬੇਨਤੀ ਕਰਾਂ ਸਿੱਖੋ, ਅੱਖਰਾਂ ਦੇ ਰੌਲੇ 'ਚ ਨਾ ਪਿਓ, ਵਾਹਿਗੁਰੂ ਕਹਿ ਲਿਆ ਕਰੋ ਜਿਵੇਂ ਮਰਜ਼ੀ ਕਹਿ ਲਿਆ ਕਰੋ, ਪਰ ਪ੍ਰੇਮ ਨਾਲ ਕਹਿ ਰਿਹਾ ਕਰੋ। ਧੰਨ ਗੁਰੂ ਰਾਮਦਾਸ ਸਾਹਿਬ ਜਪ ਲਈਏ, ਜਿਨੀ ਤੂੰ ਸੇਵਿਆ ਭਾਓ ਕਰ, ਸੇ ਤੁਧ ਭਾਰੋ ਧਾਰਿਆ। ਉਹ ਅੰਗਰੇਜ਼ ਔਰਤ ਨੇ ਕਿਹਾ ਸੀ ਇਹ ਜਾਣਾ ਹੈ ਗੋਲਡਨ ਟੈਂਪਲ ਕਿੱਥੇ ਆ। ਫਿਰ 2013 ਵਿੱਚ ਉਹ ਪਰਮਿੰਦਰ ਸਿੰਘ ਆਪਣੀ ਟਿਕਟ ਤੇ ਉਹਨਾਂ ਨੂੰ ਲੈ ਕੇ ਆਇਆ, ਦਰਬਾਰ ਸਾਹਿਬ ਦਰਸ਼ਨ ਕਰਵਾ ਕੇ ਲੈ ਕੇ ਗਿਆ। ਕਹਿਣ ਤੋਂ ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਉਹ ਰੱਬ ਨੇ ਜਿੱਥੇ ਅਨਕੰਡੀਸ਼ਨਲ ਅਰਦਾਸ ਸੁਣੀ ਜਾਂਦੀ ਹੈ, ਕੋਈ ਕੰਡੀਸ਼ਨ ਨਹੀਂ ਕਿਹੜੀ ਭਾਸ਼ਾ ਵਿੱਚ ਅਰਦਾਸ ਕਰਨੀ, ਇੱਕੋ ਹੀ ਭਾਸ਼ਾ ਹੈ ਜਿਨੀ ਤੂੰ ਸੇਵਿਆ ਭਾਉ ਕਰ, ਕੋਈ ਪ੍ਰੇਮ ਨਾਲ ਅਰਦਾਸ ਕਰੇ। ਉੱਥੇ ਫਿਰ ਅਨਕੰਡੀਸ਼ਨਲ ਗੁਰੂ ਨੇ ਕਿਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਅੱਜ ਭੱਟ ਸਾਹਿਬਾਨ ਕਹਿੰਦੇ ਭਰਮ ਭੁਲੇ ਸੰਸਾਰ ਛੁੱਟੋ ਜੁਨੀ ਸੰਘਾਰ। हे ਗੁਰੂ ਰਾਮਦਾਸ ਸਾਹਿਬ ਜਿਨੀ ਤੁਹਾਨੂੰ ਸਿਮਰਿਆ ਉਹ ਸੰਸਾਰ ਦੇ ਭਰਮ ਮੁੱਕ ਗਏ, ਉਹ ਭਰਮ ਤੋਂ ਦੂਰ ਚਲੇ ਗਏ। ਫੁੱਟੋ ਅੰਡਾ ਭਰਮ ਕਾ ਮਨੇ ਭਇਆ ਪ੍ਰਗਾਸ, ਗੁਰ ਕੱਟੀ ਬੇੜੀ ਪਗੈ ਤੇ ਕਿੰਨੀ ਬੰਦ ਖਲਾਸ। ਤੁਸੀਂ ਉਹਦੇ ਪੈਰਾਂ ਦੀਆਂ ਭਰਮ ਦੀਆਂ ਬੇੜੀਆਂ ਕੱਢ ਦਿੱਤੀਆਂ, ਸੰਸਾਰ ਦੇ ਭਰਮਾਂ ਤੋਂ ਛੁੱਟ ਗਿਆ, ਜੁਨਾਂ ਵਿੱਚ ਪੈਣ ਤੋਂ ਛੁੱਟ ਗਿਆ। ਅੱਗੇ ਕਿਹਾ ਜਮ ਕੋ ਨਾ ਡੰਡ ਕਾਲ, ਉਸ ਬੰਦੇ ਨੂੰ ਜਮਾਂ ਦਾ ਡੰਡ ਨਹੀਂ ਲੱਗਾ, ਉਹਨੂੰ ਕਾਲ ਦਾ ਭੈ ਮੁੱਕ ਗਿਆ। ਗੁਰਮਤਿ ਧਿਆਈ ਹੈ ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਤੁਹਾਡੀ ਮੱਤ ਨੂੰ ਧਾਰਨ ਕੀਤਾ, ਜਿਨ੍ਹਾਂ ਨੇ ਤੁਹਾਡੀ ਮੱਤ ਨੂੰ ਧਿਆ ਲਿਆ, ਜਿਨ੍ਹਾਂ ਨੇ ਗੁਰੂ ਦੀ ਬਾਤ ਮੰਨ ਜੀਵਨ ਸ਼ੁਰੂ ਕਰ ਲਿਆ। ਧੰਨ ਗੁਰੂ ਰਾਮਦਾਸ ਸਾਹਿਬ ਮਨ ਪ੍ਰਾਣੀ ਮੁਗਧ ਵਿਚਾਰ, ਅਹਨਿਸ ਦਿਨ ਰਾਤ। ਜਿਸ ਪ੍ਰਾਣੀ ਨੇ ਗੁਰੂ ਦੇ ਉਪਦੇਸ਼ ਨੂੰ ਦਿਨ ਰਾਤ ਗੁਰੂ ਰਾਮਦਾਸ ਸਾਹਿਬ ਨੂੰ ਸਿਮਰਨ ਸ਼ੁਰੂ ਕਰ ਦਿੱਤਾ, ਉਸ ਦਾ ਮਨ ਮੋਗਦ ਮੂਰਖ ਸੀ ਜਿਹੜਾ ਉਹ ਸਹੀ ਮਵਲ ਤੁਰ ਪਿਆ, ਉਹਦੇ ਅੰਦਰ ਦਿਨ ਰਾਤ ਗੁਰੂ ਦੀ ਵਿਚਾਰ ਚੱਲ ਪਈ। ਅੱਗੇ ਸਾਹਿਬ ਨੇ ਕਿਹਾ ਅਹਨਿਸ ਜਪ, ਦਿਨ ਰਾਤ ਜਿਨੀ ਜਪਿਆ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। हे ਗੁਰੂ ਰਾਮਦਾਸ ਮਹਾਰਾਜ ਤੁਸੀਂ ਉਹ ਮੂਰਖ ਮਤ ਖੰਡ ਦਿੱਤੀ, ਤੁਸੀਂ ਉਹ ਮੂਰਖ ਤੋਂ ਮੂਰਖ ਬੰਦੇ ਤਾਰ ਦਿੱਤੇ ਜਿਨ੍ਹਾਂ ਨੇ ਦਿਨ ਰਾਤ ਤੁਹਾਡੇ ਉਪਦੇਸ਼ ਨੂੰ ਜਪਿਆ, ਤੁਹਾਡੇ ਨਾਮ ਨੂੰ ਜਪਿਆ। ਉਹਨਾਂ ਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਪੂਰਾ ਧਰਮ ਕਰਮ ਬਖਸ਼ਿਸ਼ ਕਰ ਦਿੱਤਾ, ਉਹ ਜੀਵਨ ਵਿੱਚ ਜੀਵਨ ਸਫਲ ਕਰ ਗਏ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਲੋਕ ਕਹਿੰਦੇ ਸਨ ਯਤੀਮ ਹੈ, ਅਨਾਥ ਹੈ। ਕਦੇ ਲਾਹੌਰ ਦੀਆਂ ਮਾਈਆਂ ਸੋਢੀਆਂ ਦੇ ਸ਼ਰੀਕੇ ਦੀਆਂ ਤਾਈਆਂ ਚਾਚੀਆਂ ਕਹਿੰਦੀਆਂ ਸਨ ਮੈਂ ਜੇਠੇ ਨਾਲ ਆਪਣੇ ਬੱਚੇ ਨਹੀਂ ਦੇਣਾ, ਮੈਂ ਜੇਠੇ ਨਾਲ ਆਪਣੇ ਬੱਚਿਆਂ ਨੂੰ ਨਹੀਂ ਬਹਿਣ ਦੇਣਾ। ਕਿਉਂ?
ये अभागा है, पता नहीं किदां दे कर्म लिखा के लियाया है, पहला इहदी मां मुक गई, हुण इहदा पिता मुक गया, पता नहीं किन्ना क अभागा है। जिहड़े कहिंदे सन भाई जेठा अभागा है, साध संगत किसे नूं नहीं सी पता। उसे भाई जेठे धन गुरु रामदास साहिब दे चरनां विच, ओए जिन्हां दे भागां 'च कोई सुख नहीं, उहनूं गुरु रामदास साहिब दे चरनां विच जाके सुख प्राप्त होना। जिहदे भागां विच कोई सुख नहीं, उहदे भाग गुरु रामदास साहिब दे चरनां 'च बनदे ने। इह किसे नूं नहीं सी पता। धन गुरु अमरदास महाराज ने जदों वड्डियां बख्शिशां करके नवाजिया, सब विद मान्यो मन तब ही भयो प्रसन्न, राज जोग तखत दीन गुरु रामदास। फिर क्या सोडी श्रेष्ठ सकल तारण को, अब गुरु रामदास को मिली वडाई। उसे गुरु रामदास साहब की वडियाई विच आपां बैठे हैं। एक पंक्ति भाई गुरदास साहब ने जो लिखी आपां पढ़ीए प्यार नाल ते खुशी लईए। भाई गुरदास साहब कहंदे दुनिया कहण लग पई बैठा सोडी बादशाह। कदे सोडियां दे शरीके वाले कहंदे सी तू तां सोडियां दी नाकी नीवीं करदे, सोडियां दा नकम्मे तो नकम्मा बच्चा होवे वो भी कदे सौहरियां घर नौकर नहीं बंदा, तू टोकरियां ढोंदा है। फिर एक वक्त आया जिदन दुनिया कहन लग पई बैठा सोडी पातशाह रामदास सतगुरु कहावे, पूरन ताल खटाया अमृत सिच जोत जगावे। एक बार सारे प्यार नाल पढ़ो, समा समाप्त। सारे प्यार नाल आखो, बैठा सोडी पातशाह, बैठा सोडी पातशाह, बैठा सोडी, बैठा रामदास सतगुरु कहावे, बैठा सोडी पातशाह, बैठा सोडी पातशाह, रामदास सतगुरु कहावे, बैठा बैठा अमृत सर विच जोत जगावे, बैठा सोडी पातशाह, बैठा सोडी पातशाह, अमृत सर विच जोत जग, बैठा बैठा सोडी पातशाह, पूरन ताल खटाया अमृत सर विच जोत जगावे, बैठा सोडी पातशाह रामदास सतगुरु कहावे। सतगुरु कृपा करन, आप सबना दी हाजरी प्रवान होवे, भुल चुक दी खिमा बख्शणी। फिर सतगुरु सच्चे पातशाह नदर कृपा करना, आप संगत दी चरण तोड़ नाल साडा जीवन जन्म सफल होवे। कल फिर दर्शन करांगे, अपनी चरण तोड़ लैके आयो। कोटान कोट शुक्र गुरु ग्रंथ साहिब महाराज जी दा। असीस बख्शो, फतेह बुलाओ। वाहिगुरु जी का खालसा, वाहिगुरु जी।